ਕਿਉ ਸਚਿਆਰਾ ਹੋਈਐ। ਕਿਉ ਕੂੜੈ ਟੁੱਟੈ ਪਾਰ, ਕਿਉ ਕੂੜੈ ਟੁੱਟੈ ਪਾਰ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਪਿਆਰੀ ਸਾਧ ਸੰਗਤ ਜੀ, ਸਾਡਾ ਜਪਜੀ ਸਾਹਿਬ ਦਾ ਇੱਕ ਗੋਲ ਹੈ, ਜਿਸ ਗੋਲ ਪਿੱਛੇ ਪਹਿਲਾਂ ਸਵਾਲ ਪੇਸ਼ ਕੀਤਾ ਗਿਆ। ਸਾਨੂੰ ਆਪਣੇ ਆਪ ਨੂੰ ਉਸ ਸਵਾਲ ਦੀ ਉਸ ਅਵਸਥਾ ਵਿੱਚ ਲੈ ਕੇ ਜਾਣਾ ਹੈ ਤਾਂ ਕਿ ਅਸੀਂ ਜਪਜੀ ਸਾਹਿਬ ਨੂੰ ਸਮਝ ਸਕੀਏ। ਸਵਾਲ ਹੈ ਪਹਿਲੀ ਪੌੜੀ ਦਾ ਆਖਰੀ ਪੰਕਤੀ ਵਿੱਚ, ਕਿਉਂ ਸਚਿਆਰਾ ਹੋਈ ਹੈ? ਬਈ ਮੈਂ ਸਚਿਆਰਾ ਕਿਵੇਂ ਬਣਾ? ਕਿਉਂ ਕੂੜੈ ਟੁੱਟੈ ਪਾਲ? ਸਚਿਆਰ ਬਣਨ ਵਾਸਤੇ ਮੇਰੇ ਰੱਬ ਜੀ ਦੇ ਵਿਚਕਾਰ ਜਿਹੜੀ ਹਰਡਲ ਹੈ, ਪਾਲ ਹੈ, ਕੂੜ ਕੀ ਪਾਲ ਹੈ, ਉਹ ਕਿਵੇਂ ਦੂਰ ਹੋਵੇ, ਉਹ ਕਿਵੇਂ ਟੁੱਟੇ? ਉਹ ਪਾਲ ਭਾਵੇਂ ਪਤਲੀ ਜੀ ਹੋਵੇ, ਉਹਨੂੰ ਭਾਂਬੀ ਦੀ ਕਿ ਪਾਤ ਪਾਰ ਦੋ ਕਹਿੰਦੇ ਨੇ, ਉਹ ਪਾਲ ਟੁੱਟੇ ਕਿਵੇਂ? ਕਿਉਂ ਕੂੜਾ ਟੁੱਟੇ ਪਾਲ? ਅਤੇ ਉਹਦੇ 'ਚ ਗੁਰੂ ਪਾਤਸ਼ਾਹ ਨੇ ਨਾਲ ਦੇ ਨਾਲ ਇਸ ਸਵਾਲ ਦਾ ਆਨਸਰ ਦਿੱਤਾ ਕਿ ਹੁਕਮ ਰਜ਼ਾਈ ਚੱਲਣਾ, ਰਜ਼ਾ ਦੇ ਅਧੀਨ ਚੱਲਣਾ। ਜੋ ਤੈਨੂੰ ਹੁਕਮ ਕੀਤਾ ਗਿਆ ਹੈ ਉਸ ਅਧੀਨ ਚੱਲਣਾ। ਔਰ ਉਹ ਰਜ਼ਾ ਹੁਕਮ ਹੈ ਕੀ ਹੈ? ਉਹ ਤੇਰੇ ਨਾਲ ਤੇਰੇ ਅੰਦਰ ਲਿਖਿਆ ਹੋਇਆ, ਕਿਉਂਕਿ ਰੱਬ ਜੀ ਅੰਦਰ ਵਸਦੇ ਨੇ। ਸਾਰੀ ਦੁਨੀਆ ਵਿੱਚ ਰੱਬ ਜੀ ਨੂੰ ਕਿਧਰੇ ਅਸਮਾਨਾਂ 'ਤੇ, ਕਿਧਰੇ ਹੈਵਨ ਵਿੱਚ, ਕਿਤੇ ਜੰਨਤ ਵਿੱਚ, ਕਿਤੇ ਪੈਰਾਡਾਈਜ਼ ਵਿੱਚ ਮੰਨਿਆ ਜਾਂਦਾ ਹੈ, ਉੱਪਰ ਪਰਲੋਕ ਵਿੱਚ, ਬੈਕੁੰਠ ਵਿੱਚ ਮੰਨਿਆ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਨੇੜਾ ਹੈ, ਦੂਰ ਨਹੀਂ ਰੇ, ਤੇਰੇ ਨਾਲ ਤੇਰੇ ਅੰਦਰ ਵਸਦਾ ਹੈ। ਆਪਣੇ ਅੰਦਰ ਦੇ ਵਸਦੇ ਰੱਬ ਜੀ ਦਾ ਜਿਹੜਾ ਸੁਨੇਹਾ ਹੈ ਉਹ ਤੇਰੇ ਨਾਲ ਲਿਖਿਆ ਹੋਇਆ। ਨਾਨਕ ਲਿਖਿਆ ਨਾਲ, ਹੁਕਮ ਰਜ਼ਾਈ ਚੱਲਣਾ। ਅੰਦਰੋਂ ਜਿਹੜਾ ਸੁਨੇਹਾ ਦਿੱਤਾ ਜਾਂਦਾ ਹੈ। ਅੱਜ ਕਿਸੇ ਨਾਲ ਕਾਉਂਸਲਿੰਗ 'ਤੇ ਗੱਲ ਹੁੰਦਿਆਂ ਉਹਨਾਂ ਨੇ ਮੈਨੂੰ ਕਿਹਾ ਅੰਦਰੋਂ ਸੁਨੇਹਾ ਗਲਤ ਵੀ ਤਾਂ ਹੋ ਸਕਦਾ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਅੰਦਰੋਂ ਜਿਹੜਾ ਰੱਬ ਜੀ ਦਾ ਸੁਨੇਹਾ ਉਹ ਗਲਤ ਹੁੰਦਾ ਹੀ ਨਹੀਂ, ਉਹ ਹਮੇਸ਼ਾ ਸਹੀ ਹੁੰਦਾ ਹੈ। ਉਹ ਡਿਸਟਰਕਸ਼ਨ ਦਾ ਨਹੀਂ ਹੁੰਦਾ। ਰੱਬ ਜੀ ਕਿਉਂਕਿ ਕਰਤਾ ਪੁਰਖ ਨੇ, ਇਸ ਕਰਕੇ ਕ੍ਰੀਏਟਿਵ ਹੁੰਦਾ ਹੈ। ਕਰਤਾ ਪੁਰਖ ਦਾ ਹੁੰਦਾ ਹੈ, ਦੁਨੀਆ ਦੇ ਭਲੇ ਦਾ ਹੁੰਦਾ ਹੈ, ਆਪਣੇ ਆਪ ਦੇ ਭਲੇ ਦਾ ਹੁੰਦਾ ਹੈ ਅਤੇ ਸਾਰੀ ਲੁਕਾਈ ਦੇ ਭਲੇ ਦਾ ਹੁੰਦਾ ਹੈ। ਜੋ ਇਸ ਨੂੰ ਸੁਣ ਲੈਂਦਾ ਹੈ, ਸਿੱਖ ਲੈਂਦਾ ਹੈ, ਸਮਝ ਲੈਂਦਾ ਹੈ, ਉਹਦਾ ਜੀਵਨ ਬਦਲ ਜਾਂਦਾ ਹੈ। ਹੁਣ ਇਸ ਸਵਾਲ ਨੂੰ ਲੈ ਕੇ ਕਿ ਮੈਂ ਸਚਿਆਰ ਕਿਵੇਂ ਬਣਾ, ਆਪਣੇ ਆਪ ਨੂੰ ਅਸੀਂ ਇਸ ਅਵਸਥਾ 'ਚ ਪਾ ਕੇ ਦੇਖਣਾ ਹੈ। ਅਸੀਂ ਆਪਣੀ ਜੀਵਨ ਜਾਂਚ ਬਣਾਉਣ ਵਾਸਤੇ ਬਚਪਨ ਤੋਂ ਮਾਤਾ ਪਿਤਾ ਕੋਲੋਂ ਇਹ ਸੰਸਕਾਰ ਸਿੱਖਦੇ ਹਾਂ, ਆਪਣੇ ਬਜ਼ੁਰਗਾਂ ਕੋਲੋਂ ਇਹ ਸੰਸਕਾਰ ਸਿੱਖਦੇ ਹਾਂ। ਉਹ ਸਾਨੂੰ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਫਿਰ ਉਹ ਸਾਨੂੰ ਸਿਖਾਉਂਦੇ ਨੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਫਿਰ ਉਹ ਸਾਨੂੰ ਸਿਖਾਉਂਦੇ ਨੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ। ਅਤੇ ਫਿਰ ਉਹ ਸਾਨੂੰ ਇਹ ਵੀ ਸਿਖਾਉਂਦੇ ਨੇ ਕਿ ਬਾਣੀ ਪੜ੍ਹ ਕੇ ਬਾਣੀ ਅਨੁਸਾਰ ਸਾਰਾ ਦਿਨ ਜੀਣਾ ਚਾਹੀਦਾ ਹੈ। ਇਹ ਨਹੀਂ ਕਿ ਸਿਰਫ ਸਵੇਰੇ ਪੜ੍ਹ ਲਈ। ਹੁਣ ਇਹ ਵਾਲੇ ਸਾਰੇ ਸੰਸਕਾਰ ਤੇ ਸਾਨੂੰ ਪ੍ਰਾਪਤ ਹੋਏ। ਇਹਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਜੇ ਮੈਂ ਸੋਚ ਲਵਾਂ ਕਿ ਮੈਂ ਤੇ ਸਾਰੇ ਸੰਸਕਾਰ ਨਿਭਾ ਰਿਹਾ ਔਰ ਮੇਰੇ ਜੀਵਨ ਵਿੱਚ ਕੋਈ ਬਦਲਾਹਟ ਨਾ ਆਏ
ਤਾਂ ਇਹ ਜਿਹੜੇ ਸੰਸਕਾਰ ਨੇ ਨਾ, ਜਿਨ੍ਹਾਂ ਨੇ ਮੈਨੂੰ ਸੱਚ ਤੱਕ ਲਿਜਾਣਾ ਸੀ, ਮੇਰੀ ਕੂੜ ਕੀ ਪਾਲ ਨੂੰ ਤੋੜਨਾ ਸੀ, ਇਹ ਸੰਸਕਾਰ ਫਿਰ ਸਿਰਫ ਕਰਮ ਕਾਂਡ ਬਣ ਕੇ ਰਹਿ ਜਾਣਗੇ। ਅੰਮ੍ਰਿਤ ਵੇਲੇ ਉੱਠਣਾ ਕੀਮਤੀ ਗੱਲ ਹੈ, ਬਹੁਤ ਵਡਮੁੱਲਾ ਸੁਭਾਅ ਆਪਣਾ ਬਣਾਉਣਾ ਹੈ। ਉੱਠ ਕੇ ਇਸ਼ਨਾਨ ਕਰਨਾ ਹੋਰ ਕੀਮਤੀ ਹੈ। ਮਨ ਤਨ ਪਏ ਰਹੂਗਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰਹੂਗਾ, ਹਾਈਜੀਨਿਕਲੀ ਵੀ ਚੰਗਾ ਹੈ। ਤੈਨੂੰ ਚੁਸਤੀ ਆਏਗੀ, ਤੇਰੀ ਦਲਿਦਰੀ, ਤੇਰਾ ਸੁਸਤੀ ਖਤਮ ਹੋਏਗੀ। ਉਸ ਤੋਂ ਬਾਅਦ ਬਾਣੀ ਪੜ੍ਹਨਾ, ਬਾਣੀ ਪੜ੍ਹਨ ਨਾਲ ਆਪਣੇ ਅੰਤਰ ਦੀ ਗਤੀ ਕਰਨੀ ਹੈ, ਉਹ ਵੀ ਬਹੁਤ ਕੀਮਤੀ ਹੈ। ਲੇਕਿਨ ਜੇ ਮੈਂ ਇਹ ਸਾਰੇ ਕੁਝ ਕਰਾਂ ਔਰ ਮੇਰੇ ਅੰਤਰ ਦੀ ਗਤੀ ਨਾ ਹੋਵੇ, ਮੇਰੇ ਜੀਵਨ ਵਿੱਚ ਬਦਲਾਹਟ ਹੀ ਕੋਈ ਨਾ ਆਵੇ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ ਵਾਲੇ ਮੇਰੇ ਨਿਰਮਲ ਕਰਮ ਬਣਨ ਹੀ ਨਾ। ਸਿਰਫ ਮੈਂ ਹੌਕਾ ਦਿੰਦਾ ਰਹਾਂ ਕਿ ਮੈਂ ਸਾਰੇ ਕਰਮ ਪੂਰੇ ਕਰਦਾ ਹਾਂ, ਤਾਂ ਮੈਨੂੰ ਇਹ ਭੁਲੇਖਾ ਪੈ ਜਾਏਗਾ ਕਿ ਮੈਂ ਤਾਂ ਠੀਕ ਹੀ ਹਾਂ। ਮੈਨੂੰ ਆਪਣਾ ਕੋਈ ਸੁਧਾਰ ਕਰਨਾ ਹੀ ਨਹੀਂ ਹੈ। ਮੈਨੂੰ ਇਹ ਵਿਚਾਰਨਾ ਹੀ ਨਹੀਂ ਪਏਗਾ ਕਿ ਮੇਰੇ ਥਾਟ ਪ੍ਰੋਸੈਸ ਵਿੱਚ ਚੰਗੇ ਚੰਗੇ ਖਿਆਲ ਕਿਹੜੇ ਆਉਂਦੇ ਨੇ ਅਤੇ ਮਾੜੇ ਖਿਆਲ ਕਿਹੜੇ ਆਉਂਦੇ ਨੇ। ਇਹ ਮੈਂ ਵਿਚਾਰਦਾ ਹੀ ਨਹੀਂ, ਕਿਉਂਕਿ ਮੈਨੂੰ ਇਹ ਖਿਆਲ ਪੈਦਾ ਹੋ ਚੁੱਕਾ ਹੋਇਆ ਹੈ ਕਿ ਮੈਂ ਤਾਂ ਸਵੇਰੇ ਉੱਠ ਚੁੱਕਾ, ਮੈਂ ਪਾਠ ਕਰ ਚੁੱਕਾ, ਮੈਂ ਇਸ਼ਨਾਨ ਕਰ ਚੁੱਕਾ, ਮੈਂ ਪਾਠ ਕਰ ਚੁੱਕਾ ਹਾਂ ਔਰ ਮੈਂ ਗੁਰਦੁਆਰੇ ਹੋ ਵੀ ਆਇਆ ਹਾਂ। ਸਾਧ ਸੰਗਤ ਜੀ, ਇਹ ਸਾਰਾ ਕੁਝ ਕਰਨ ਦੇ ਨਾਲ ਸਾਡਾ ਮਨ ਸਾਫ਼ ਹੋ ਕੇ ਸਾਡਾ ਜੀਵਨ ਨਹੀਂ ਬਣਦਾ। ਇਹ ਸਾਰਾ ਕੁਝ ਕਰਨ ਦੇ ਨਾਲ ਅਸੀਂ ਬਾਣੀ ਸੁਣਦੇ ਹਾਂ ਅਤੇ ਬਾਣੀ ਸਾਨੂੰ ਸਾਡੇ ਸੁਭਾਅ 'ਚ ਮੰਦੇ ਕਰਮ ਕਿੱਥੋਂ ਹਨ, ਉਹਨਾਂ ਤੋਂ ਤੂੰ ਬਚ ਕੇ ਰਹਿਣਾ, ਅਤੇ ਤੇਰੇ ਚੰਗੇ ਗੁਣ ਵਾਲੇ ਖਿਆਲ ਤੈਨੂੰ ਕਿਹੜੇ ਆਉਂਦੇ ਨੇ, ਉਹਨਾਂ ਦਾ ਜਿਹੜਾ ਸੁਭਾਅ ਹੈ ਉਸ ਨੂੰ ਤੂੰ ਕਾਬੂ ਕਰਕੇ ਰੱਖਣਾ ਹੈ। ਚੰਗੇ ਮੰਦੇ ਦੀ ਪਛਾਣ ਕਰਨੀ। ਸਰ ਅਫਸਰ ਕੀ ਸਾਰ ਨਾ ਜਾਣੇ, ਭੁੱਲਾ ਫਿਰਿਆ ਜਾਈ। ਫਿਰ ਤੇ ਭੁੱਲਦੇ ਹੀ ਰਵਾਂਗੇ, ਫਿਰ ਤੇ ਐਸੇ ਐਸੇ ਰਾਹਾਂ 'ਤੇ ਭੁੱਲਦੇ ਰਵਾਂਗੇ ਜਿਹੜੇ ਰਾਹ ਸਾਨੂੰ ਬਾਰ-ਬਾਰ ਭੁਲਾਉਂਦੇ ਨੇ। ਕਦੇ ਤੁਸੀਂ ਕਾਰ ਚਲਾਓ ਨਾ, ਕਾਰ ਚਲਾਉਂਦਿਆਂ ਜੇ ਇੱਕ ਮੋੜ ਤੋਂ ਤੁਸੀਂ ਗਲਤੀ ਨਾਲ ਲੰਘ ਜਾਓ ਔਰ ਤੁਹਾਨੂੰ ਆਪਣੀ ਥਾਂ ਨਹੀਂ ਲੱਭ ਰਹੀ ਹੈ, ਤੁਸੀਂ ਘੁੰਮ ਫਿਰ ਕੇ ਮੁੜ ਕੇ ਉਸ ਮੋੜ 'ਤੇ ਆ ਜਾਓ, ਤੀਜੀ ਵਾਰੀ ਨਹੀਂ ਤੁਸੀਂ ਆਉਂਦੇ। ਕਹਿੰਦੇ ਇਸ ਮੋੜ 'ਤੇ ਤਾਂ ਪਹਿਲਾਂ ਵੀ ਆ ਚੁੱਕੇ ਹਾਂ, ਹੁਣ ਕਿਸੇ ਨੂੰ ਰਾਹ ਪੁੱਛ ਹੀ ਲਈ ਹੈ। ਪਰ ਜੇ ਨਹੀਂ ਪੁੱਛਦੇ ਔਰ ਭੁੱਲਦੇ ਜਾਂਦੇ ਆ ਤਾਂ ਕੀ ਬਣਦਾ? ਪੁਲਾਵੜੇ ਪੁਲਾਵੜੇ ਪੁੱਲੀ ਪੁਲਾਵੜੇ ਪੁਲਾਵੜੇ ਪੁੱਲੀ ਪੁੱਲ ਪੁੱਲ ਪਛੋਤਾਣੀ ਪੁੱਲ ਪੁੱਲ ਪਛੋਤਾਣੀ ਪੇਰ ਛੋੜ ਅੜੀ ਸੁੱਤੀ ਪੇਰ ਛੋੜ ਅੜੀ ਸੁੱਤੀ ਪੀਰ ਕੀ ਸਾਰ ਨਾ ਜਾਨੀ ਪੀਰ ਕੀ ਸਾਰ ਨਾ ਜਾਨੀ ਪੁਲਾਵੜੇ 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 ਪੁੱਲੀ ਪੁੱਲ ਪੁੱਲ ਪਛੋਤਾਣੀ ਪੁੱਲ ਪੁੱਲ ਪਛੋਤਾਣੀ। ਮੈਂ ਤੇ ਮੁੜ ਮੁੜ ਕੇ ਉਹ ਰਾਹਾਂ 'ਤੇ ਭੁੱਲ ਰਿਹਾ ਹਾਂ, ਜਿਹੜੇ ਰਾਹ 'ਤੇ ਭੁੱਲ ਕੇ ਮੈਨੂੰ ਮੇਰੇ ਅੰਦਰ ਦੇ ਸ਼ੌ ਪ੍ਰੀਤਮ ਪਾਤਸ਼ਾਹ ਰੱਬ ਜੀ ਦਾ ਸੁਨੇ ਦੀ ਸਾਰ ਸਮਝ ਨਹੀਂ ਆਉਂਦੀ। ਜਦੋਂ ਵੀ ਅਸੀਂ ਸੜਕ 'ਤੇ ਰਸਤਾ ਭੁੱਲਦੇ ਹਾਂ ਅਤੇ ਹਾਰ ਕੇ ਅਸੀਂ ਕਿਸੇ ਮਨੁੱਖ ਕੋਲੋਂ ਪੁੱਛ ਹੀ ਲੈਂਦੇ ਹਾਂ ਔਰ ਸਾਡੀ ਭਟਕਣਾ ਮੁੱਕ ਜਾਂਦੀ ਹੈ। ਮੈਂ ਅੰਦਰ ਦੀ ਗੱਲ ਸੁਣਦਾ ਹੀ ਨਹੀਂ, ਸੁਣਦੀ ਹੀ ਨਹੀਂ, ਭੁੱਲਦੀ ਰਹਿੰਦੀ ਹਾਂ। ਹੁਣ ਅੱਜ ਉਸ ਭੁੱਲਣ ਦੇ ਬਾਰੇ ਅਸੀਂ ਅੱਗੇ ਟੁਰਨਾ ਹੈ ਕਿ ਜੇਕਰ ਇਸ ਮੂਡ ਵਿੱਚ ਅਸੀਂ ਆ ਸਕੀਏ, ਇਸ ਅਵਸਥਾ 'ਚ ਆ ਸਕੀਏ ਕਿ ਮੈਂ ਸੱਚਿਆਰ ਨਹੀਂ ਹਾਂ, ਮੈਂ ਕੁੜਿਆਰ ਹਾਂ, ਤਾਂ ਉਸ ਨੂੰ ਜਿਹੜੇ ਜਿਹੜੇ ਖਿਆਲ ਆਉਂਦੇ ਨੇ, ਚੰਗੇਰੇ ਅਤੇ ਮੰਦੇਰੇ ਦੋਨੋਂ, ਉਹਨਾਂ ਖਿਆਲਾਂ ਦੇ ਬਾਰੇ ਅੱਜ ਦੀਆਂ ਇਹ 4 ਪੌੜੀਆਂ 'ਚੋਂ ਸਾਡੀ 18ਵੀਂ ਪੌੜੀ, ਜਿਹਦੀ ਆਖਰੀ ਪੰਕਤੀ ਜਿਹੜੀਆਂ 4 ਨੇ ਉਹ ਆਲਮੋਸਟ ਸਿਮਿਲਰ ਨੇ, ਉਹ ਸਾਰੀਆਂ ਚਲਦੀਆਂ
16ਵੀਂ ਪੌੜੀ ਤੋਂ ਚਲਦੀ ਹੈ, ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਇਹ 3 ਪੰਕਤੀਆਂ ਤੇ ਚਾਰੋਂ ਪੌੜੀਆਂ ਸੇਮ ਨੇ, ਲੇਕਿਨ 16ਵੀਂ ਅਤੇ 17ਵੀਂ ਅਤੇ 19ਵੀਂ ਇਹਨਾਂ 3 ਪੌੜੀਆਂ ਵਿੱਚ ਬਾਰ-ਬਾਰ ਆਇਆ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਲੇਕਿਨ ਇਸ ਪੌੜੀ ਵਿੱਚ ਜਿਹੜੀ ਅੱਜ ਦੀ ਵਿਚਾਰ ਹੈ, ਇਹਦੇ ਵਿੱਚ ਆਇਆ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਇਹ ਨੀਚ ਕੀ ਹੈ? ਕਈ ਸੱਜਣ ਇਸ ਦੇ ਅਰਥ ਕਰਨ ਵੇਲੇ ਇਸ ਤਰ੍ਹਾਂ ਅਰਥ ਕਰਦੇ ਹਨ ਕਿ ਇਹ ਨਾਨਕ ਜੀ ਆਪਣੇ ਆਪ ਨੂੰ ਨੀਚ ਕਹਿ ਰਹੇ ਹਨ। ਲੇਕਿਨ ਜਦੋਂ ਅਸੀਂ ਪਹਿਲੀ ਪੌੜੀ ਤੋਂ ਉਸ ਮਨ ਦੀ ਅਵਸਥਾ ਨੂੰ ਲੈ ਕੇ ਅੱਗੇ ਟੁਰਦੇ ਪਏ ਹਾਂ, ਜਿਹੜਾ ਮਨ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ, ਉਸ ਮਨ ਨੂੰ ਜਦੋਂ ਇਹ ਵਾਲੀ ਅਵਸਥਾ ਸਮਝ ਆ ਰਹੀ ਹੈ ਕਿ 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ, ਤਾਂ 5 ਜਿਹੜੇ ਚੰਗੇ ਗੁਣ ਹਨ ਜਾਂ 5 ਜਿਹੜੇ 5 ਮਹਾਂਵਿਖਾਦੀ ਅਵਗੁਣ ਹਨ, ਇਹਨਾਂ ਦੇ ਬਾਰੇ ਉਸ ਨੂੰ ਨਿਤਾਰਾ ਕਰਨਾ ਆਉਂਦਾ ਜਾਂਦਾ ਹੈ ਅਤੇ ਉਸ ਨੂੰ ਸਮਝ ਆਉਂਦੀ ਹੈ। ਇਹ ਸਮਝ ਪਈ ਹੈ ਹੁਣੇ ਕਿ ਚੰਗੇ ਗੁਣਾਂ ਵਾਲੇ ਜਿਹੜੇ 5 ਹੁੰਦੇ ਨੇ, ਉਹਨਾਂ ਦੇ ਨਾਲ ਦਰਗਾਹ ਵਿੱਚ ਮਾਣ ਪ੍ਰਾਪਤ ਹੁੰਦਾ ਹੈ ਅਤੇ ਦਰਗਾਹ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਸਾਡੇ ਨਿਜ ਘਰ ਅੰਦਰ ਜਿੱਥੇ ਰੱਬ ਜੀ ਵਸਦੇ ਨੇ। ਹੁਣ ਕਿਨ ਬਿਦ ਮਿਲੀ ਹੈ, ਕਿਨ ਬਿਦ ਵਿਛੜਾ, ਬਈ ਕਿਹੜੇ ਤਰੀਕੇ ਨਾਲ ਰੱਬ ਜੀ ਦੇ ਨਾਲ ਮੇਰਾ ਮਿਲਾਪ, ਮੇਰੀ ਵਨਨੈਸ ਵਿਦ ਗੋਡ, ਮੈਨੂੰ ਇੱਕ ਮਿਕਤਾ ਮਹਿਸੂਸ ਹੁੰਦੀ ਹੈ, ਔਰ ਕਿਹੜੀਆਂ ਗੱਲਾਂ ਗੁਣਾਂ ਦੇ ਸੁਭਾਅ ਦੇ ਕਾਰਨ ਮੇਰਾ ਵਿਛੋੜਾ ਹੋ ਜਾਂਦਾ ਹੈ। ਰੋਜ਼ ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਲਿਆ ਸ਼ਲੋਕ ਪੌਣ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ। ਕੇ ਨੇੜਾ ਕੀ ਹੈ? ਮਿਲਾਪ। ਕੇ ਦੂਰ? ਦੂਰ ਵਿਛੋੜਾ। ਜਿਉਂ ਹੀ ਵਿਛੋੜਾ ਹੁੰਦਾ ਹੈ ਸਾਡਾ ਦੁੱਖ ਸ਼ੁਰੂ ਹੋ ਜਾਂਦਾ ਹੈ, ਦੁੱਖ ਦੀ ਸ਼ੁਰੂਆਤ ਹੋ ਜਾਂਦੀ ਹੈ। ਉਹਨੂੰ ਗੁਰਬਾਣੀ 'ਚ ਦੁੱਖ ਘਣੋ ਜਬ ਹੋਤੇ ਦੂਰ ਕਹਿੰਦੇ ਨੇ। ਦ ਮੂਮੈਂਟ ਵੀ ਆਰ ਡਿਪਾਰਟਿਡ, ਡਿਪਾਰਟਿਡ ਨੂੰ ਛੁੱਟੜੀਆਂ ਕਹਿੰਦੇ ਨੇ, ਵਾਢੀਆਂ ਕਹਿੰਦੇ ਨੇ। ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋ ਫਿਰ ਧੀਰਜ ਨਹੀਂ ਆਏਗਾ, ਫਿਰ ਚੈਨ ਨਹੀਂ ਆਏਗਾ, ਫਿਰ ਸੁੱਖ ਨਹੀਂ ਆਏਗਾ, ਜਦੋਂ ਤੱਕ ਅੰਦਰ ਦੇ ਰੱਬ ਜੀ ਦੇ ਨਾਲ ਇੱਕ ਮਿਕਤਾ ਮਹਿਸੂਸ ਨਾ ਕਰ ਸਕੇ। ਤਾਂ ਤੱਕ ਦੁਨੀਆ ਭਰ ਦੇ ਸਾਰੇ ਫਰਜ਼ ਨਿਭਾਉਂਦਿਆਂ ਹੋਇਆਂ ਵੀ ਅਸੀਂ ਸੁੱਖ ਚੈਨ ਨਹੀਂ ਮਾਣ ਪਾਵਾਂਗੇ, ਧੀਰਜ ਨਹੀਂ ਆਏਗਾ, ਸਹਿਜ ਪੇਸ਼ੈਂਸ ਨਹੀਂ ਆਏਗੀ, ਸਦੀਵੀ ਸੁੱਖ ਦੀ ਅਵਸਥਾ ਨਹੀਂ ਬਣੇਗੀ। ਸਦੀਵੀ ਸੁੱਖ ਦੀ ਅਵਸਥਾ ਕਿਉਂ ਨਹੀਂ ਬਣਦੀ? ਕਿਉਂਕਿ ਮੈਂ ਆਪਣੇ ਅਵਗੁਣਾਂ ਕਾਰਨ ਕੂੜ ਦੀ ਪਾਲ ਬਣਾ ਬੈਠਾ ਹਾਂ। ਰੱਬ ਜੀ ਨੇ ਕੂੜ ਦੀ ਪਾਲ ਕ੍ਰੀਏਟ ਨਹੀਂ ਕੀਤੀ ਹੈ। ਜਦੋਂ ਅਸੀਂ ਐਸੇ ਵਾਲੇ ਸ਼ਬਦ ਪੜ੍ਹਦੇ ਹਾਂ, ਜਿਨ੍ਹਾਂ ਸ਼ਬਦਾਂ ਦੀ ਪੰਕਤੀਆਂ ਤੋਂ ਸਾਨੂੰ ਇੰਝ ਲੱਗਦਾ ਕਿ ਰੱਬ ਜੀ ਨੇ ਹੀ ਕੂੜ ਦੀ ਪਾਲ, ਰੱਬ ਜੀ ਨੇ ਹੀ ਮਾਇਆ ਕ੍ਰੀਏਟ ਕੀਤੀ ਹੈ, ਉਹ ਸਾਡਾ ਭੁਲੇਖਾ ਹੁੰਦਾ ਹੈ। ਬਾਣੀ ਰਾਹੀਂ ਗੁਰੂ ਪਾਤਸ਼ਾਹ ਨਹੀਂ ਕਹਿ ਰਹੇ ਨੇ ਕਿ ਰੱਬ ਜੀ ਨੇ ਮਨੁੱਖ ਨੂੰ ਭਟਕਾਉਣ ਵਾਸਤੇ ਮਾਇਆ ਕ੍ਰੀਏਟ ਕੀਤੀ ਹੋਈ ਹੈ। ਰੱਬ ਜੀ ਦਾ ਕੌਨਸੈਪਟ ਹੀ ਮਨੁੱਖ ਨੂੰ ਭਟਕਾਉਣ ਤੋਂ, ਭਟਕਾਵ ਤੋਂ ਬਚਾਉਣ ਵਾਸਤੇ ਹੈ। ਭਟਕਾਵ ਮਨੁੱਖ ਦਾ ਆਪਣਾ ਹੈ, ਉਹਨੂੰ ਕਹਿੰਦੇ ਹਨ ਭੁੱਲਣ ਅੰਦਰ ਸਭ ਕੋ। ਪਰ ਰੱਬ ਜੀ ਨਹੀਂ ਭੁੱਲਦੇ ਨੇ। ਆ ਭੁੱਲ ਗੁਰੂ ਕਰਤਾਰ, ਰੱਬ ਜੀ ਮੇਰੇ ਅੰਦਰ ਵਸਦੇ ਨੇ ਪਰ ਮੈਨੂੰ ਉਹਦੀ ਸਮਝ ਨਹੀਂ ਆ ਰਹੀ। ਉਹ ਨਾਨਕ ਲਿਖਿਆ ਨਾਲ ਹੈ। ਹੁਣ ਅੱਜ ਦੀ ਪੌੜੀ ਦੇ ਵਿੱਚ ਇਹ ਬਿੱਦ ਕੌਣ ਪ੍ਰਗਟਾਏ ਜੀਓ? ਕਿਹੜੇ ਵਾਲੀ ਬਿੱਦ? ਕਿ ਕਿਹੜੀ ਬਿੱਦ ਦੇ ਨਾਲ ਮੈਂ ਵੀ ਮਿਲਦਾ ਹਾਂ, ਕਿਨ ਬਿੱਦ ਮਿਲੀ ਹੈ, ਅਤੇ ਕਿਹੜੀ ਬਿੱਦ ਦੇ ਨਾਲ ਮੈਂ ਵਿਛੜਦਾ ਹਾਂ। ਹੁਣ ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ ਨਾ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ, ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ, ਏਕਾ ਲਿਵ ਲਾਈ, ਸਤਿਗੁਰ ਪੂਰਾ
ਭੇਟਿਆ ਜਿਨ ਬਣਤ ਬਣਾਈ। ਉਹਨੇ ਬਿਦ ਬਣਤ ਇਹ ਸੰਜੋਗ ਸਤਿਗੁਰ ਨੇ ਪੈਦਾ ਕੀਤਾ ਮੇਰੇ ਵਾਸਤੇ, ਬਣਾਇਆ, ਮੈਨੂੰ ਸਮਝਾਇਆ। ਮੈਂ ਪੁੱਛ ਰਿਹਾ ਕਿਨ ਬਿਦ ਮਿਲੀ ਹੈ, ਕਿਨ ਬਿਦ ਵਿਛੜਿਆ, ਤਾਂ ਮੇਰਾ ਸਤਿਗੁਰ ਨੇ ਬਿਦ ਬਣਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਉਸਨੇ ਬਣਤ ਬਣਾ ਦਿੱਤੀ। ਤੂੰ ਮਿਲਣਾ ਚਾਹੁੰਦਾ ਹੈ, ਮੈਨੂੰ ਰਾਮ ਨਾਮ ਔਖਦ ਦਿਆ, ਮੇਰੇ ਔਗੁਣਾਂ ਤੋਂ ਦੂਰ ਕਰਨ ਦੀ ਮੈਨੂੰ ਸੁਮਤ ਬਖਸ਼ੀ। ਇਹ ਕਾਹਲੀ ਲਾਈ, ਉਹਦੇ ਨਾਲ ਮੈਂ ਲਗਾਤਾਰ ਜੁੜਦਾ। ਹੁਣ ਅੱਜ ਕਿਨ ਬਿਦ ਮਿਲੀ ਔਰ ਕਿਨ ਬਿਦ ਵਿਛੜਿਆ ਚੋਂ ਜਿਹੜੇ ਗੁਣਾ ਔਗੁਣਾਂ ਦੇ ਕਾਰਨ ਵਿਛੜਦੇ ਹਾਂ, ਅੱਜ ਉਸ ਪੌੜੀ ਦੀ ਵਾਰੀ ਹੈ। ਅਸੰਖ ਜਪ ਅਸੰਖ ਭਾਉ ਪਿਛਲੀ ਪੌੜੀ ਸੀ ਕਿ ਅਨੇਕਾਂ ਐਸੇ ਖਿਆਲ ਆਉਂਦੇ ਨੇ ਜਿਹੜੇ ਉਸ ਨੂੰ ਇਸ ਪਾਸੇ ਲਿਜਾਂਦੇ ਨੇ ਔਰ ਉਹਦਾ ਜੀਵਨ ਐਸੇ ਚੰਗੇ ਗੁਣਾਂ ਦਾ ਬਣਦਾ ਜਾਂਦਾ ਹੈ। ਅੱਜ ਨਾਨਕ ਨੀਚ ਕਹਿ ਵਿਚਾਰ ਵਿੱਚ ਨਾਨਕ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਇਹ ਨੀਚ ਕਰਮਾਂ ਦੀ ਲਿਸਟ ਹੈ। ਨੀਚ ਕਰਮ ਅੱਜ ਦੀ ਪੌੜੀ ਵਿੱਚ ਸਮਝਾਏ ਗਏ ਨੇ। ਨੀਚ ਕਰਮ, ਸਾਡਾ ਜਿਹੜਾ ਮਨ ਸਿੱਧੇ ਪਾਸੇ ਪੈਣਾ ਚਾਹੁੰਦਾ ਹੈ, ਉਸ ਮਨ ਨੂੰ ਅਸੀਂ ਪਹਿਲੀ ਪੌੜੀ ਵਿੱਚ ਨਾਂ ਰੱਖਿਆ ਸੀ, ਉਹ ਵਿਰਲਾ ਬਣਨਾ ਚਾਹੁੰਦਾ ਹੈ। ਜਿਹੜਾ ਮਨ ਵਿਰਲਾ ਬਣਨਾ ਚਾਹੁੰਦਾ ਹੈ, ਉਸ ਨੂੰ ਅੱਜ ਇਹ ਗੱਲ ਸਮਝ ਆ ਰਹੀ ਹੈ ਕਿ ਕਾਇਆ ਅੰਦਰ ਪਾਪ ਪੁੰਨ ਦੋਏ ਪਾਈ। ਮੇਰੇ ਅੰਦਰ ਹੀ ਇਹ ਦੋਨੋਂ ਖਿਆਲ ਹਨ। ਕਾਇਆ ਦਾ ਮਤਲਬ ਇਹ ਸਰੀਰ ਨਹੀਂ ਹੈ। ਕਾਇਆ ਦੇ, ਕਾਚੀ ਦੇ, ਇਹ ਸਾਰਾ ਇਸ ਸਰੀਰ ਨੂੰ ਨਹੀਂ ਕਹਿੰਦੇ ਨੇ। ਕਾਚੀ ਗਗਰੀ, ਇਹ ਹੋਂ ਅਭਿਮਾਨ ਟੇਢ ਪਗਰੀ ਵਾਲੇ ਸ਼ਬਦ ਵਿੱਚ ਕਾਚੀ ਗਗਰੀ ਜਦੋਂ ਆਉਂਦਾ ਹੈ ਤਾਂ ਕਾਚੀ ਗਗਰੀ, ਕਾਚੀ ਦੇ ਅਤੇ ਇਹ ਵਾਲੀ ਪੰਕਤੀ ਜਿਹੜਾ ਅਸੀਂ ਦੇਹ ਕਹਿੰਦੇ ਹਾਂ ਇਸ ਸਰੀਰ ਨੂੰ, ਕਾਇਆ ਇਸ ਨੂੰ ਨਹੀਂ ਕਹਿੰਦੇ ਨੇ। ਕਾਇਆ ਕਹਿੰਦੇ ਨੇ ਮੇਰੇ ਮਨ ਦੇ ਬਣਾਏ ਹੋਏ ਖਿਆਲਾਂ ਦੀ ਕਾਇਆ, ਮੇਰੇ ਮਨ ਦੇ ਬਣਾਏ ਹੋਏ ਝੂਠੇ ਖਿਆਲਾਂ ਦਾ ਇੱਕ ਥਾਟ ਪ੍ਰੋਸੈਸ ਦੀ ਕਾਇਆ, ਇੱਕ ਦੇਹ। ਉਸ ਦੇਹ ਨੂੰ ਜਦੋਂ ਅਸੀਂ ਮਨ ਕੀ ਮੱਤ ਛੱਡ ਕੇ ਸਤਿਗੁਰ ਦੀ ਮੱਤ ਲੈ ਕੇ ਉਹ ਨਵੀਂ ਦੇਹ ਬਣਾਉਂਦੇ ਹਾਂ, ਉਹਨੂੰ ਦੁਰਲੱਭ ਦੇਹ ਕਹਿੰਦੇ ਨੇ। ਦੁਰਲੱਭ ਦੇਹ ਬਣਾਉਣੀ ਪੈਂਦੀ ਹੈ, ਦੁਰਲੱਭ ਦੇਹ ਕਮਾਉਣੀ ਪੈਂਦੀ ਹੈ, ਦੁਰਲੱਭ ਦੇਹ ਦੇ ਵਿੱਚ ਚੰਗੇ ਗੁਣਾਂ ਦੀ ਜਾਚ ਆਉਂਦੀ ਹੈ। ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਵਾਲੇ ਬਣਾਉਣੇ ਪੈਂਦੇ ਨੇ। ਇਹਦਾ ਮਤਲਬ ਧਰਮ ਸਾਨੂੰ ਇਹ ਸਿਖਾਉਂਦਾ ਹੈ। ਜਿਹੜੇ ਲੋਕ ਕਹਿਣ ਲੱਗਦੇ ਨੇ, ਲਫ਼ਜ਼ ਵਰਤਦੇ ਨੇ ਹਿੰਦੂਇਜ਼ਮ, ਇਸਲਾਮ ਹੋਰ ਜਾਂ ਸਿੱਖਇਜ਼ਮ ਜਾਂ ਜੈਨਇਜ਼ਮ ਜਾਂ ਬੌਧਇਜ਼ਮ, ਉਹ ਜਦੋਂ ਇਜ਼ਮ ਦੀਆਂ ਗੱਲਾਂ ਕਰਦੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਾਰੀ ਦੁਨੀਆ ਵਿੱਚ ਇੱਕੋ ਰੱਬ ਹੈ ਅਤੇ ਧਰਮ ਵੀ ਇੱਕੋ ਹੈ। ਇੱਕੋ ਧਰਮ ਦ੍ਰਿੜ ਹੈ ਸੱਚ ਕੋਈ। ਦੁਨੀਆ ਦਾ ਕੋਈ ਵੀ ਮਨੁੱਖ ਜਦੋਂ ਸੱਚ ਦਾ ਧਰਮ ਲੈਂਦਾ ਉਹ ਇੱਕ ਹੁੰਦਾ ਔਰ ਉਹਦੇ ਨਾਲ ਉਹਦਾ ਜੀਵਨ ਬਦਲਦਾ ਹੈ, ਉਹਦੇ ਨਿਰਮਲ ਕਰਮ ਬਣਦੇ ਨੇ ਔਰ ਔਗਣੀ ਸੋਚ ਵਾਲੇ ਉਹਦੇ ਖਿਆਲ ਕੱਟਦੇ ਜਾਂਦੇ ਨੇ। ਔਗਣੀ ਸੋਚ ਨੂੰ ਨੀਚ ਕਰਮ ਕਹਿੰਦੇ ਨੇ ਔਰ ਉਹ ਨੀਚ ਵਿਚਾਰ ਦੀ ਜਿਹੜੀ ਲਿਸਟ ਹੈ ਉਹ ਅੱਜ ਦਰਸਾਈ ਜਾ ਰਹੀ ਹੈ, ਅੱਜ ਸਾਨੂੰ ਰੀਅਲਾਈਜ਼ ਕਰਾਈ ਜਾ ਰਹੀ ਹੈ। ਇਹਦੀ ਪਹਿਲੀ ਪੰਕਤੀ, ਅਸੰਖ ਮੂਰਖ ਅੰਧ ਕੋਰ। ਮੈਂ ਕਦੇ ਇਸ ਨੂੰ ਸਮਝਦਾ ਹੀ ਨਹੀਂ ਸੀ। ਫਿੱਕਾ ਬੋਲ ਵਿਗੁਚਣਾ ਸੁਣ ਮਨ ਮੂਰਖ ਅਜਾਣ। ਮੈਂ ਤੇ ਇਹ ਕਦੇ ਸੁਣਿਆ ਹੀ ਨਹੀਂ, ਮੈਂ ਤੇ ਕਦੀ ਸਮਝਿਆ ਹੀ ਨਹੀਂ। ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਣਜਾਣ ਵਾਲਾ, ਤੇ ਮੈਂ ਕਦੇ ਆਪਣੇ ਆਪ ਨੂੰ ਅਣਜਾਣ ਸਮਝਿਆ ਹੀ ਨਹੀਂ। ਮੈਂ ਤੇ ਜਦੋਂ ਭੈੜੇ ਬੋਲ ਬੋਲਦਾ ਹਾਂ, ਜਦੋਂ ਕੁਰੱਖਿਅਤ ਬੋਲ ਬੋਲਦਾ ਹਾਂ, ਜਦੋਂ ਕਿਸੇ ਦਾ ਦਿਲ ਢਾਣ ਵਾਸਤੇ ਜਾਣ ਕੇ ਮੰਦੇ ਨੀਵੇਂ ਹੌਲੇ ਲਫ਼ਜ਼ ਬੋਲਦਾ ਹਾਂ, ਤਾਂ ਮੇਰੀ ਆਪਣੇ ਅੰਦਰ ਵਾਲੇ ਰੱਬ ਜੀ ਨਾਲ ਪ੍ਰੀਤ ਟੁੱਟ ਜਾਂਦੀ ਹੈ ਔਰ ਮੈਂ ਉਸ ਵੇਲੇ ਅਣਜਾਣ ਅਤੇ ਮੂਰਖ ਸਾਬਤ ਹੋ ਜਾਂਦਾ। ਮੇਰੇ ਇਸ ਮਨ ਨੂੰ ਐਸੇ ਅਨੇਕਾਂ ਖਿਆਲ ਆਉਂਦੇ ਨੇ, ਇਹ ਮੇਰੇ ਮਨ ਦੀ ਅਗਿਆਨਤਾ ਹੈ। ਅੱਜ ਉਸ ਪਾਸੇ ਧਿਆਨ ਦਿਵਾਇਆ ਜਾ ਰਿਹਾ, ਅੱਜ ਉਹ ਵਾਲੀ ਵਿੰਡੋ ਖੋਲ੍ਹੀ ਜਾ ਰਹੀ ਹੈ ਮੇਰੀ, ਜਿਸ ਵਿੰਡੋ ਤੋਂ ਮੇਰੇ ਚੰਗੇ ਗੁਣਾਂ ਦੀ ਖੁਸ਼ਬੂ ਤਾਂ ਨਹੀਂ ਆਉਂਦੀ, ਪਰ ਮੇਰੇ ਮੰਦੇ ਸੁਭਾਅ ਦੀ ਸੋਰਸ ਮੰਦੇ ਔਗੁਣਾਂ ਦੀ ਝਾਤੀ ਪਵਾਈ ਜਾ ਰਹੀ ਹੈ। ਅਸੰਖ ਮੂਰਖ ਅੰਧ ਕੋਰ। ਅਗਿਆਨਤਾ ਵਿੱਚ ਰਹਿਣਾ ਔਰ ਮੂਰਖਤਾ ਕਰਨਾ ਆਪਣੇ ਆਪ ਵਿੱਚ ਹਨੇਰਾ ਹੈ। ਰੱਬ ਜੀ ਨੇ ਹਨੇਰਾ ਨਹੀਂ ਬਣਾਇਆ ਹੈ।
ਪ੍ਰਕਾਸ਼ ਦੀ ਐਬਸੈਂਸ ਨੂੰ ਹੀ ਹਨੇਰਾ ਕਹਿੰਦੇ ਹਨ। ਜੇ ਗੱਲ ਸਾਨੂੰ ਇਹ ਸਮਝ ਆ ਜਾਏਗੀ, ਫਿਰ ਅਸੀਂ ਕਦੀ ਨਹੀਂ ਕਹਾਂਗੇ ਕਿ ਰੱਬ ਜੀ ਮਨੁੱਖ ਨੂੰ ਭਟਕਾਉਂਦੇ ਨੇ। ਫਿਰ ਅਸੀਂ ਕਦੇ ਇਹ ਅਰਥ ਨਹੀਂ ਕਰਾਂਗੇ ਕਿ ਮਨੁੱਖ ਦੇ ਵੀ ਕੀ ਵੱਸ ਹੈ, ਰੱਬ ਭਟਕਾ ਦਿੰਦਾ, ਜਿਹਦੇ ਭਾਗਾਂ 'ਚ ਪਿਛਲੇ ਜਨਮ ਦੀ ਕਿਸਮਤ ਵਿੱਚ ਹੋਏਗਾ ਉਹ ਸਿੱਧੇ ਪਾਸੇ ਪੈ ਜਾਏਗਾ। ਰੱਬ ਜੀ ਭਟਕਾਉਂਦੇ ਨਹੀਂ ਨੇ, ਕਿਉਂਕਿ ਰੱਬ ਦਾ ਕੌਨਸੈਪਟ ਹੀ ਮਨੁੱਖ ਨੂੰ ਭਟਕਾਉਣ ਤੋਂ ਤਾਂ ਭੁੱਲੜ ਤੋਂ ਸਿੱਧੇ ਪਾਸੇ ਪਾਉਣਾ ਹੈ। ਇਸ ਗੱਲ ਨੂੰ ਅਸੀਂ ਪੱਲੇ ਬੰਨ੍ਹ ਕੇ ਰੱਖਣਾ। ਵਿਰਲਾ ਮਨ ਕੋਏ ਵਿਖਾਵੇ ਦੇ, ਛਲਾਵੇ ਦੇ, ਆਪਣੇ ਆਪ ਨੂੰ ਅੰਧਿਆਰੀ ਸੋਚ ਵਾਲੀ ਮੂਰਖਤਾ ਤੋਂ ਬਚਾਉਣ ਦਾ ਯਤਨ ਕਰਦਾ ਜਦੋਂ ਉਹਨੂੰ ਇਹ ਗੱਲ ਸਮਝ ਆਉਂਦੀ ਹੈ। ਕੌਣ ਹੈ ਵਿਰਲਾ ਮਨ? ਜਿਹੜਾ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ। ਉਸ ਨੂੰ ਜਿਉਂ-ਜਿਉਂ ਆਪਣੇ ਦੁੱਧ ਵਿੱਚ ਮੱਖੀ ਸਮਝ ਆਉਂਦੀ ਹੈ, ਉਹ ਉਸ ਨੂੰ ਨਹੀਂ ਵਰਤਦਾ। ਅਸੰਖ ਚੋਰ ਹਰਾਮਖੋਰ, ਅਸੀਂ ਸ਼ਬਦ ਪੜ੍ਹਿਆ ਸੀ, ਸੁਣ ਮਨ ਅੰਧੇ ਕੁੱਤੇ ਕੂੜੀਆਂ, ਸੁਣ ਮਨ ਅੰਧੇ ਕੁੱਤੇ ਕੂੜੀਆਂ, ਵਿਣ ਬੋਲੇ ਬੁਝੀਏ ਸਚਿਆ, ਵਿਣ ਬੋਲੇ ਬੁਝੀਏ ਸਚਿਆ। चोर की हामा परे न कोए, चोर की हामा परे न कोए, चोर किया चंगा क्यों होए, चोर किया चंगा क्यों होए, चोर सलाहे चीत न पीजै, चोर सलाहे चीत न पीजै, जे बदी करे तां तसू ना छीजै, जे बदी करे तां तसू ना छीजै। सुन मन अंधे कुत्ते कूड़िया, सुन मन अंधे कुत्ते कूड़िया, विण बोले बुझिए सचिया, विण बोले बुझिए सचिया। जे मैनू चोर ख्याल आंदे ने तो मैं किसी मनुख नू पराया कर दियांगा और उहदी चीज़ नू लेना चाहांगा। चीज़ मेरी, मनुख पराया, मैं चोर हो गया। और मेरा मन ऐसे ख्याल सोचता है। असंख चोर हराम खोर वाले ख्याल मेरे मन नू आउंदे हन। पता लगा इस तरह मेरी सृष्टि बनी हुई है। काया अंदर पाप पुण्य दोए पाई, मेरे थॉट प्रोसैस, मेरे मन की काया दे अंदर पाप ते पुण्य दोनों दे ख्याल आते ने। उन्हां चों जिहड़े पाप दे ख्याल ने उन्हां दी गल चल रही है, उन्हां दे नाल मैं चोर बन जाता हाँ और मेरी सृष्टि वैसी बन जाती है। दोन हुई मिल के सृष्टि उपाई। किन्हां दोवां ने मिल के सृष्टि मेरी बनाई? असीं तो सोचदी सी जिवें रब जी ने बना दिता, साडे वास कुछ है नहीं है। रब जी ने तो कुदरत के नियम विच माता पिता दे राही मेरा शरीर बनाया है। अगों जिहड़ी मेरी सृष्टि है, जैसा बीजा वैसी मेरी सृष्टि बनी है। मेरे थॉट प्रोसैस विच मंदे ख्याल आते हैं। मैनू मंदे ख्यालों का पता नहीं सी। अज एम्फसाइज करके मैनू ध्यान दवाया जा रहा और समझाया जा रहा है। काया अंदर पाप पुण्य दोए पाई, दो ही मिलकर सृष्टि उपाई। मेरी सृष्टि इंज बनी है कि मेरे को चंगे ख्यालों के सुभाव भी हैं, मंदे ख्यालों के सुभाव भी हैं। अल्टीमेटली मैनू मंदे ख्यालों के सुभाव तो छुटना है, मंदे ख्यालों नू भी मैनू ट्रांसफॉर्म करना है। मैनू काम क्रोध मोहंकार आशा निंदा चुगली तृष्णा सताते हैं, इन्हां नू भी ट्रांसफॉर्म करना है ताकि ये वैरी मेरे ना रहन और ये वैरी मित्र सब कीतियां न मंगै मंदा, ए मेरा मंदा ना मंगण।
असंख चोर हराम खोर ਦੇ ਬਾਰੇ ਗੱਲ ਸਮਝ ਆਈ ਕਿ ਮੇਰੇ ਅੰਦਰ ਐਸੇ ਕਿਹੜੇ ਅਵਗੁਣੀ ਖਿਆਲ ਆਉਂਦੇ ਹਨ ਕਿ ਮੈਂ ਚੋਰ ਬਣ ਜਾਂਦਾ ਹਾਂ। ਚੋਰ ਬਣਨ ਵੇਲੇ ਮੈਂ ਰੱਬ ਜੀ ਨੂੰ ਪਰਾਇਆ ਕਰ ਦਿੰਦਾ ਹਾਂ ਅਤੇ ਰੱਬ ਜੀ ਦੀਆਂ ਧਰਤੀ 'ਤੇ ਜਿਤਨੀਆਂ ਚੀਜ਼ਾਂ ਨੇ ਵਰਲਡਲੀ ਥਿੰਗਸ ਉਹਨਾਂ ਨੂੰ ਆਪਣਾ ਸਮਝ ਲੈਂਦਾ ਹਾਂ। ਇਹੀ ਤਾਂ ਚੋਰ ਦੀ ਗੱਲ ਸੀ। ਅਸੰਖ ਚੋਰ ਹਰਾਮਖੋਰ ਔਰ ਮੈਂ ਹਰਾਮਖੋਰ ਹੋ ਗਿਆ। ਭਾਵ ਮੈਂ ਨੇਕ ਖਿਆਲਾਂ ਦੀ ਕਮਾਈ ਨਹੀਂ ਖਾਂਦਾ। ਪਰਾਇਆ ਹੱਕ ਮਾਰਨ ਦੀ ਮੇਰੀ ਆਦਤ ਬਣ ਚੁੱਕੀ ਹੈ। ਕਾਸ਼ ਇਹ ਗੱਲ ਸਮਝ ਆ ਜਾਏ। ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਖਾਂ ਦੁਸ਼ਟ ਚੋਰ, ਹੋ ਕਿਆ ਮੂੰਹ ਦੇਖਾਂ ਦੁਸ਼ਟ ਚੋਰ। ਨਾਨਕ ਨੀਚ ਕਹਿ ਵਿਚਾਰ, ਨਾਨਕ ਨੀਚ ਕਹਿ ਵਿਚਾਰ, ਤਾਣਕ ਰੂਪ ਰਹਾ ਕਰਤਾਰ, ਤਾਣਕ ਰੂਪ ਰਹਾ ਕਰਤਾਰ, ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਏਕ ਨਾਮ ਤਾਰੇ ਸੰਸਾਰ। ਮੈਂ ਇਹਾ ਆਸ ਇਹੋ ਆਧਾਰ, 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 ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਏਕ ਨਾਮ ਤਾਰੇ ਸੰਸਾਰ। ਮੇਰੀ ਕੂੜ ਦੀ ਪਾਲ ਦੂਰ ਹੋ ਸਕਦੀ ਹੈ ਜੇ ਮੈਂ ਤੁਹਾਡਾ ਸੱਚ ਲਵਾਂ, ਪਰ ਮੈਂ ਹਰਾਮਖੋਰ ਹੋ ਚੁੱਕਾ ਹੋਇਆ। ਮੈਂ ਹਰਾਮ ਦੀ ਕਮਾਈ ਖਾਂਦਾ ਹਾਂ। ਹਰਾਮ ਦੀ ਕਮਾਈ ਸਾਧ ਸੰਗਤ ਜੀ ਬਾਹਰਲੇ ਪੈਸੇ ਕਮਾ ਕੇ ਰੋਟੀ ਖਾਣ ਦੀ ਗੱਲ ਨਹੀਂ ਚੱਲ ਰਹੀ। ਜਦੋਂ ਮੈਂ ਸੱਚ ਦੇ ਰਿਜ਼ਕ ਦਾ ਸੰਤੋਖ ਦਾ ਭੋਜਨ ਨਹੀਂ ਖਾਂਦਾ ਹਾਂ ਤਾਂ ਮੈਂ ਅਸੰਖ ਚੋਰ ਹਰਾਮਖੋਰ ਵਾਲਾ ਹੋ ਜਾਂਦਾ ਔਰ ਫਿਰ ਮੈਂ ਦੂਸਰਿਆਂ ਦਾ ਹੱਕ ਵੀ ਮਾਰਨਾ ਸਿੱਖ ਜਾਂਦਾ ਹਾਂ। ਉਹਨੂੰ ਕਹਿੰਦੇ ਨੇ ਅਸੰਖ ਅਮਰ ਕਰ ਜਾਏ ਜ਼ੋਰ। ਜਦੋਂ ਵੀ ਅਸੀਂ ਇਹ ਜ਼ੋਰ ਲਫ਼ਜ਼ ਆਏਗਾ ਉਸ ਨੂੰ ਜੱਜੇ ਪੈਰੀ ਬਿੰਦੀ ਲਗਾ ਕੇ ਉਚਾਰਨ ਕਰਨਾ। ਜਿਸ ਤਰ੍ਹਾਂ ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜ਼ੋਰ, ਇਸ ਦਾ ਅਸੀਂ ਸ਼ੁੱਧ ਉਚਾਰਨ ਕਰਦੇ ਹਾਂ। ਜਿਹੜਾ ਵਰਡ ਦਾ ਓਰੀਜਨ ਹੁੰਦਾ ਉਸ ਅੱਖਰ ਨੂੰ ਉਸ ਤਰ੍ਹਾਂ ਹੀ ਉਚਾਰਨ ਕਰਨਾ ਹੁੰਦਾ। ਜਿਵੇਂ ਇੱਕ ਨਹੀਂ ਆਸਕੀ ਦੇ ਬਦਲੇ ਅਸੀਂ ਉਸ ਨੂੰ ਉਚਾਰਨ ਕਰਾਂਗੇ ਇੱਕ ਨਹੀਂ ਆਸ਼ਕੀ, ਕਿਉਂਕਿ ਜਿੱਥੋਂ ਉਹ ਵਰਡ ਆਇਆ ਉੱਥੇ ਉਸ ਲਫ਼ਜ਼ ਨੂੰ ਆਸ਼ਕੀ ਕਹਿੰਦੇ ਨੇ। ਹੁਣ ਇਹ ਮੈਂ ਪਰਾਇਆ ਹੱਕ ਖਾਂਦਾ। ਜਦੋਂ ਅਸੀਂ ਸਾਖੀਆਂ ਵੀ ਸੁਣਦੇ ਹਾਂ ਤਾਂ ਅਸੀਂ ਸੁਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦੇ ਸਨ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਨ ਸ਼ੁਭ ਅਬਲਾ ਬਾਜੋ ਦੋਨੋਂ ਰੋਈ। ਲੇਕਿਨ ਉਹ ਸਮਝਦੇ ਸਨ ਕਿ ਮੈਂ ਗਾਂ ਨਹੀਂ ਖਾਂਦਾ ਤੇ ਮੈਂ ਪਵਿੱਤਰ ਹਾਂ। ਉਹ ਸਮਝਦੇ ਸਨ ਮੈਂ ਸੂਰ ਨਹੀਂ ਖਾਂਦਾ ਤੇ ਮੈਂ ਪਵਿੱਤਰ ਹਾਂ। ਲੇਕਿਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਕੀ ਸਮਝਾਉਂਦੇ ਨੇ? ਹੱਕ
हक पराया नानका, हक पराया नानका, उस सुअर उस गाय, उस सुअर उस गाय, गुर पीर हामा तापरै, गुर पीर हामा तापरै, जा मुर्दार न खाए, जा मुर्दार न खाए, हक पराया नानका, हक पराया नानका, उस सुअर उस गाय, उस सुअर उस गाय। ਜਦੋਂ ਤੂੰ ਪਰਾਇਆ ਹੱਕ ਖਾਂਦਾ ਹੈ ਤਾਂ ਮਾਨੋ ਤੂੰ ਹਰਾਮਖੋਰ ਹੋ ਗਿਆ, ਤਾਂ ਮਾਨੋ ਤੂੰ ਗੱਲ ਵੱਢ ਕੇ ਅਮਰ ਕਰ ਜਾਏ ਜ਼ੋਰ ਵਾਲੇ ਆਪਣੇ ਜ਼ਬਰਦਸਤੀ ਕਰ ਰਿਹਾ ਹੈ। ਸਾਧ ਸੰਗਤ ਜੀ, ਇਹ ਗੱਲ ਨਾ ਸਾਨੂੰ ਸਮਝ ਨਹੀਂ ਆਉਂਦੀ ਹੈ ਕਿ ਅਸੀਂ ਪਰਾਇਆ ਹੱਕ ਕਿਵੇਂ ਮਾਰਦੇ ਹਾਂ। ਜਦੋਂ ਅਸੀਂ ਸਾਰਿਆਂ ਨੂੰ ਆਪਣਾ ਸਮਝਣ ਲੱਗ ਪਵਾਂਗੇ, ਪਰਾਇਆ ਕੋਈ ਰਹੇਗਾ ਨਹੀਂ, ਅਤੇ ਜਦੋਂ ਸਾਰਿਆਂ ਨਾਲ ਵੰਡ ਛਕਣ ਲੱਗ ਪਵਾਂਗੇ ਤਾਂ ਪਰਾਏ ਦੀ ਡੈਫੀਨੇਸ਼ਨ ਤਾਂ ਖਤਮ ਹੋ ਗਈ। ਔਰ ਵੰਡ ਛਕਣ ਵੇਲੇ ਕਿਸ ਦਾ ਮਾਲ ਲੁੱਟਾਂਗੇ, ਕਿਸ ਨੂੰ ਅਸੀਂ ਠੱਗਾਂਗੇ, ਉਹਦੇ ਨਾਲ ਮੇਰੀ ਅੰਦਰ ਦੀ ਠੱਗੀ ਵਾਲੀ ਬਿਰਤੀ ਵੀ ਖਤਮ ਹੋਏਗੀ ਔਰ ਬਾਹਰੋਂ ਮੈਂ ਮਨੁੱਖਾਂ ਨਾਲ ਵੀ ਕੋਈ ਧੋਖਾ ਨਹੀਂ ਕਰਾਂਗਾ। ਲੇਕਿਨ ਮੇਰਾ ਜੀਵਨ ਬਣ ਗਿਆ ਅਸੰਤੋਖੀ। ਅਸੰਤੋਖੀ ਜੀਵਨ ਬਣਦਾ ਹੈ ਜਦੋਂ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਜਦੋਂ ਮੇਰੇ ਅੰਦਰ ਕਰੂਐਲਿਟੀ ਦੀ ਪਾਵਰ ਆ ਜਾਏ ਨਾ, ਤਾਂ ਮੇਰਾ ਮਨ ਸੰਤੋਖ ਦੀ ਰੋਟੀ, ਮੇਰਾ ਮਨ ਕੁੰਵਰ ਜਿਹੜਾ ਹੈ ਕੋਇਰ ਨਾ ਰੋਟੀ ਖਾਏ, ਉਹ ਸੰਤੋਖ ਦੀ ਰੋਟੀ ਨਹੀਂ ਖਾਂਦਾ ਅਤੇ ਮੈਂ ਜ਼ੋਰ ਜ਼ਬਰ ਦੇ ਨਾਲ ਡੋਮੀਨੇਟ ਕਰਕੇ ਕੇਵਲ ਆਪਣੇ ਦੇਹ ਅਧਿਆਸ, ਕੇਵਲ ਆਪਣੇ ਸਰੀਰ ਦੇ ਸੁੱਖਾਂ ਤੱਕ ਸੀਮਿਤ ਰਹਿ ਜਾਂਦਾ ਹਾਂ। ਔਰ ਉੱਥੇ ਮੇਰਾ ਜੀਵਨ ਬਣ ਜਾਂਦਾ ਹੈ ਅਸੰਖ ਚੋਰ ਹਰਾਮਖੋਰ। ਇਸ ਅਵਸਥਾ ਨੂੰ ਗੁਰਬਾਣੀ ਵਿੱਚ ਰਜਗੁਣ, 3 ਰੋਗਾਂ 'ਚੋਂ ਰਜਗੁਣ ਕਹਿੰਦੇ ਨੇ। ਮਨ ਕੀ ਮਤ ਸਰੀਰਕ ਮੋਹ ਦੇ ਅਧਿਆਸ ਦੇ ਕਾਰਨ ਕੂੜੀ ਮਤ ਵਾਲੇ ਖਿਆਲ ਆਉਂਦੇ ਹਨ ਅਤੇ ਕੂੜੀ ਮਤ ਵਾਲੇ ਖਿਆਲ ਮੈਨੂੰ ਇਸ ਪਰਾਇਆ ਹੱਕ ਮਾਰਨ ਵਾਲੀ ਬਿਰਤੀ ਦੀ ਆਦਤ ਪਾ ਦਿੰਦੇ ਨੇ, ਮੇਰਾ ਸੁਭਾਅ ਬਣਦਾ ਜਾਂਦਾ। ਫਿਰ ਅਗਲੀ ਪੰਕਤੀ ਸ਼ੁਰੂ ਹੁੰਦੀ ਹੈ, ਅਸੰਖ ਗੱਲ ਵੱਢ ਹੱਤਿਆ ਕਮਾਏ। ਸਾਡੇ 'ਚੋਂ ਕੋਈ ਵੀ ਕਿਸੇ ਦਾ ਗੱਲ ਨਹੀਂ ਵੱਢਦਾ। ਅਸੀਂ ਗੱਲ ਵੱਢ ਹੱਤਿਆ ਕਮਾਏ ਨੂੰ ਆਪਣੇ ਨਾਲ ਰਿਲੇਟ ਕਰਦੇ ਹੀ ਨਹੀਂ ਹਾਂ। ਪਰ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਨਾਲ, ਏਕ ਸਵਾਨ ਦੋਏ ਸਵਾਨੀ ਨਾਲ, ਪਲ ਕੇ ਭਉ ਕੇ ਸਦਾ ਬਿਆਲ, ਪਲ ਕੇ ਭਉ ਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਕੂੜ ਛੁਰਾ ਮੁੱਠਾ ਮੁਰਦਾਰ, ਤਾੜਕ ਰੂਪ ਰਹਾ ਤਾੜਕ ਰੂਪ ਰਹਾ, ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਏਕ ਨਾਮ
मैं तो अपने नाल दिन रात भौंकण वाले कुत्ता ते कुत्ती एक स्वान दो स्वानी नाल रखे हुए ने और दिन रात वो भौंकते रहते हैं। भौंकते क्यों रहते हैं? मैनू मेरे शरीर के सुख चाहिए ने। जो मैनू मेरे शरीर के सुख चाहिए होंगे, मैनू सारे घर वालों के उत्ते ऑर्डर देना पेगा, सारे घर वालों को डोमीनेट करके अपने थले रखना पेगा कि सब तो पहला मेरे बारे ख्याल करो। और यही रजगुण, यही डोमीनेशन की बिरती मैनू हमेशा अपसैट रखेगी। ताणक रूप रहा करतार मेरा ताणक रूप बन जाएगा। पर तेरा एक नाम तारे संसार में यह आस यह आधार बनाना चाहिए सी मैनू। मैं अपने मन के बनाए हुए ख्यालों के कारण अपने शरीर को आधार बना लिया, शरीर के सुखों को आधार बना लिया। मैं अपनी सैल्फिशनैस तक रेस्ट्रिक्टेड हो गया। जो मैं सैल्फिशनैस तक रेस्ट्रिक्टेड हो जावा ना, उन्होंने कहते हैं सैल्फ सेंटर्ड हो गया। सैल्फ सेंटर्ड हो गया तो मैनू हुण जरा जा कोई मेरे बारे से कुछ करे तो मैनू लगता मेरी उस्तत की है, मेरा सन्मान किया है। जरा जा कोई कुछ ना करे मैनू लगता मेरी निंदा कर दी, मेरा मान सत्कार नहीं किया, मैनू पुछया नहीं, मैनू बुलाया नहीं, मैनू कार्ड नहीं भेजिया। कार्ड भेजिया तो उत्थे मेरे नाल वाले नूं उठा के कहते ने आओ चलो रोटी खाओ, मैनू बुलाया नहीं। इस तरह दिन रात हर पल हर गल उत्ते अपना दुख क्रिएट होता जाएगा। यह आस यह आधार किस गल वास्ते कहते हैं कि तू निज कर अंदर जिहड़े रब जी वसते ने उन्हां दी मत नूं लै, वरना तेरा ताणक रूप बनता जाएगा, तेरा रूप बिगड़ता जाएगा, तेरी इनर ब्यूटी खराब हो जाएगी, तेरे बाहरले एक्शन भी खराब हो जाएंगे। तू इनर ब्यूटी नूं संभाल के रख, मन जीता जगजीत कर, ताकि तेरे बाहरले एक्शन बर्बरिक ना बनन, चंगेजी वाले ना बनन, जुल्म करन वाले ना बनन, काइंड हार्ट बन सके, दयालु बन सके, मिठ बोलड़ा बन सके। अज एक सज्जन मैनू काउंसलिंग ते कहते ने बाहर प्रदेश तो कि तुसी ये वाला कॉन्सैप्ट कित्थों लाए हो कि रब पनिश नहीं करता। मैं उन्होंने बेनती की, ये साडा कॉन्सैप्ट नहीं है, यह पूरी दुनिया के सामने गुरु ग्रंथ साहिब के राही गुरु नानक पातशाह सारी दुनिया को इस सुमत बख्शते हैं कि रब जी मिठ बोलड़े ने, कदे भी सज़ा नहीं देंदे ने, फॉरगिव कर ही देंदे ने, अवगुणा नूं देख के एडिट कर देंदे ने। ये तो जात सानू रोज़ अरदास भी सिखाते हैं, वेख के एडिट करना, किसी के अवगुणा नूं ना चितारना, ये रब्बी क्वालिटी है, ये रब्बी गुण है, ये गॉडली क्वालिटीज़ असी जे अपने जीवन ही इस तरह नहीं करांगे ना, सानू घर दे निक्के तो निक्के नौकर तो लैके ਵੱਡੇ ਤੋਂ ਵੱਡੇ जो भी साडे घर के मैंबर ने अते राह जाते हर इंसान चो अवगुण ही अवगुण नज़र आएंगे। एज इफ कि मैं अपने सिर ते अपनी ईगो का भार, अपनी हौमे का भार लैके फिर रहा हाँ। जितनी हौमे वड्डी होएगी उतने दूजियां दे अवगुण ही नज़र आएंगे। असंख गल वड हत्या कमाए, मैं ए फाही सुरत मलूकी वेस, हो ठगवाड़ा ठगी देश च रहिंदा हाँ। देश का मतलब की होंदा है, मैं ऐसे ख्यालों विच रहिंदा हाँ। मेरा अपना एक देश है, रब जी का अपना एक देश है, और मैं रब जी के देश तो विदेशी हो गया हाँ। जदों असी विदेशी हो जाते हैं ना, तो असी कुकर्मी हो जाते हैं। रब जी के देश विच रब जी कैसे ने? मादो हम ऐसे तू ऐसा, हम पापी तुम पाप खंडन, नीको ठाकुर देशा। तुहाडा देश नीको है, नीका है, चंगा है, पर मेरा जिहड़ा देश है, मेरा देश डज नॉट मीन धरती उत्ते जियोग्राफिकली एक बॉर्डर वाली जगह। मेरा देश है भ्रष्टाचार, मेरा देश है कुकर्मी, मेरा देश है काइंड हार्ट ना होना, मेरा देश है दूजे नूं माफ़ ना करना, मेरा देश है मिठा ना बोलना। ये मेरी आदत बन गई। फाही सूरत मलूकी वेश, फाही सूरत मलूकी वेश, हो ठगवाड़ा ठगी देश, हो ठगवाड़ा ठगी देश, खरा स्याणा
ਤਾਣਕ ਰੂਪ ਰਹਾ ਕਰਤਾਰ, ਤਾਣਕ ਰੂਪ ਰਹਾ ਕਰਤਾਰ। ਮੇਰਾ ਡਰਾਵਨਾ ਰੂਪ ਬਣ ਗਿਆ ਹੈ। ਸਾਧ ਸੰਗਤ ਜੀ, ਧਰਤੀ ਤੇ ਉਹ ਇਨਸਾਨ ਸਭ ਤੋਂ ਮੰਦਭਾਗਾ ਹੈ ਜਿਹਦੇ ਕੋਲੋਂ ਕੋਈ ਡਰਦਾ ਹੈ। ਜੋ ਇਨਸਾਨ ਇਹ ਸਿੱਖ ਲੈਂਦਾ ਭੈ ਕਾਹੂ ਕੋ ਦੇਤਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾਨ। ਇਹ ਨਿਜ ਕਰ ਦਾ ਗਿਆਨ ਹੈ, ਇਹ ਅੰਤਰ ਦੀ ਗਤੀ ਕਰਾਉਣ ਦਾ ਬ੍ਰਹਮ ਗਿਆਨ ਹੈ। ਉਹ ਸਿਖਾਉਂਦਾ ਹੈ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਅਤੇ ਕਿਸੇ ਨੂੰ ਡਰਾਉਣਾ ਨਹੀਂ ਚਾਹੀਦਾ। ਲੋਕੀ ਜਦੋਂ ਮਨੁੱਖ ਉਹਨਾਂ ਕੋਲੋਂ ਨਾ ਡਰਦੇ ਹੋਣ ਤਾਂ ਲੋਕੀ ਕੁੱਤਾ ਬਿੱਲੀ ਵੀ ਰੱਖ ਲੈਂਦੇ ਨੇ, ਉਹਨਾਂ ਨੂੰ ਡਰਾਉਣਾ ਸਿਖਾਉਂਦੇ ਨੇ। ਔਰ ਜਦੋਂ ਉਹਨਾਂ ਨੂੰ ਗੁੱਸਾ ਚੜ੍ਹੇ ਤਾਂ ਉਹ ਕੁਰਸੀ ਨੂੰ ਵੀ ਲੱਤ ਮਾਰ ਸਕਦੇ ਨੇ। ਜਦੋਂ ਉਹਨਾਂ ਨੂੰ ਗੁੱਸਾ ਚੜ੍ਹੇ ਤਾਂ ਉਹ ਟੀਵੀ ਨੂੰ ਵੀ ਮੁੱਕਾ ਮਾਰ ਕੇ, ਟੇਬਲ 'ਤੇ ਮੁੱਕਾ ਮਾਰ ਕੇ ਤੋੜ ਸਕਦੇ ਨੇ ਉਸਨੂੰ। ਮੀਨਸ ਕੀ ਹੋਇਆ? ਮੀਨਸ ਇਸ ਦਾ ਭਾਵ ਇਹ ਨਿਕਲਿਆ ਕਿ ਮੈਨੂੰ ਆਪਣੇ ਚਾਰੋਂ ਪਾਸੇ ਡਰ ਕ੍ਰੀਏਟ ਕਰਨਾ ਹੈ, ਫੀਅਰ ਕ੍ਰੀਏਟ ਕਰਨਾ ਹੈ। ਫੀਅਰ ਕ੍ਰੀਏਟ ਕਰਕੇ ਮੈਂ ਰਜ ਗੁਣ ਮਾਣਨਾ ਚਾਹੁੰਦਾ ਹਾਂ। ਉਹ ਸਭ ਤੋਂ ਮੰਦਭਾਗਾ ਇਨਸਾਨ ਜੋ ਕਿਸੇ ਨੂੰ ਡਰਾ ਸਕਦਾ ਹੈ। ਜਿਹਦੇ ਕੋਲੋਂ ਕੋਈ ਡਰਦਾ ਹੈ ਉਹ ਮੰਦਭਾਗਾ। ਪਰ ਜਿਸ ਨੂੰ ਹਰ ਕੋਈ ਜੱਫੀ ਪਾਉਣਾ ਚਾਹੁੰਦਾ ਹੋਵੇ, ਜਿਸ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੋਵੇ, ਉਹ ਚੰਗੇ ਭਾਗਾਂ ਵਾਲਾ। ਹੁਣ ਇਹ ਚੰਗੇ ਔਰ ਮੰਦੇ ਭਾਗ ਸਾਡਾ ਬਣਾਉਣਾ ਫਰਜ਼ ਬਣਦਾ ਹੈ। ਆਪਣੇ ਮਨ ਦਾ ਚੈਨ ਗਵਾਉਣਾ ਨਾ ਖਰਾ ਸਿਆਣਾ ਬਹੁਤਾ ਪਾਰ। ਇਹੀ ਅਸੰਖ ਗੱਲ ਵੱਡ ਹੱਤਿਆ ਕਮਾਏ ਹੈ। ਜਦੋਂ ਮੈਂ ਸੱਚ ਦੇ ਚੰਗੇ ਚੰਗੇ ਗੁਣਾਂ ਦਾ ਗੱਲ ਵੱਢ ਦਿੰਦਾ, ਸਤਿਗੁਰ ਦੀ ਮੱਤ ਜੇ ਨਹੀਂ ਲਵੋ ਤਾਂ ਮੇਰੀ ਸੁਰਤ ਮਤ ਮਨ ਬੁੱਧ ਦਾ ਗਲਾ ਵੱਢਿਆ ਜਾਂਦਾ ਹੈ। ਉਹਦੇ 'ਚ ਚੰਗੇ ਖਿਆਲ ਪੈਦਾ ਹੀ ਨਹੀਂ ਹੁੰਦੇ ਨੇ। ਜਦੋਂ ਮੇਰੀ ਸੁਰਤ ਮਤ ਮਨ ਬੁੱਧ 'ਚੋਂ ਚੰਗੇ ਖਿਆਲ ਪੈਦਾ ਨਹੀਂ ਹੁੰਦੇ ਤਾਂ ਮੈਂ ਦੂਜਿਆਂ ਦਾ ਗਲਾ ਵੱਢਾਂਗਾ। ਔਰ ਗਲਾ ਵੱਢਣ ਦਾ ਮਤਲਬ ਬਾਇਓਲੋਜੀਕਲੀ ਇਹ ਹੱਡ ਚਮੜੇ ਸਰੀਰ ਨੂੰ ਵੱਢਣਾ ਨਹੀਂ ਹੁੰਦਾ। ਗਲਾ ਵੱਢਣਾ ਹੁੰਦਾ ਅਗਲੇ ਨੂੰ ਉੱਪਰ ਤੋਂ ਥੱਲੇ ਤੱਕ ਜਿੰਦਾ ਗਾੜ ਦੇਣਾ, ਅਗਲੇ ਨੂੰ ਸ਼ਰਮਿੰਦਾ ਕਰਨਾ। ਇਸ ਕਰਕੇ ਮੈਨੂੰ ਇੱਕ ਆਰਟੀਕਲ ਲਿਖਣ ਦਾ ਚਾਅ ਚੜ੍ਹਿਆ ਸੀ ਕਿ ਜਦੋਂ ਕਦੀ ਕੋਈ ਇਨਸਾਨ ਗਲਤੀ ਕਰੇ ਤਾਂ ਮੈਨੂੰ ਉਹਦੇ ਕੋਲੋਂ ਸੌਰੀ ਅਖਵਾ ਕੇ ਸਵਾਦ ਨਹੀਂ ਆਉਂਦਾ। ਪਰ ਅਸੀਂ ਕੀ ਕਰਦੇ ਹਾਂ? ਸਾਡੇ ਚਾਰੋਂ ਪਾਸੇ ਕੋਈ ਇਨਸਾਨ ਗਲਤੀ ਕਰ ਜਾਏ, ਜਦੋਂ ਤੱਕ ਉਹ ਨੱਕ ਨਾਲ ਲੀਕਾਂ ਨਾ ਕੱਢ ਲਵੇ, ਜਦੋਂ ਤੱਕ ਉਹ 10 ਵਾਰੀ ਸੌਰੀ ਨਾ ਕਵੇ, ਸਾਨੂੰ ਚੈਨ ਨਹੀਂ ਆਉਂਦਾ। ਹੁਣ ਇਹ ਡਿਪੈਂਡ ਕਰਦਾ ਮੈਂ ਆਪਣੇ ਮੱਥੇ ਭਾਗ ਕੈਸੇ ਬਣਾਉਣੇ ਨੇ। ਅਸੰਖ ਗੱਲ ਵੱਡ ਹੱਤਿਆ ਕਮਾਏ ਵਾਲੇ ਬਣਾਉਣੇ ਨੇ। ਮੈਨੂੰ ਤਾਂ ਐਸੇ ਅਨੇਕਾਂ ਖਿਆਲ ਆਉਂਦੇ ਨੇ। ਹਾਊ ਟੂ ਕਿਲ ਅਦਰਸ। ਇਹ ਨੀਚ ਵਿਚਾਰ ਦੀ ਲਿਸਟ ਅੱਜ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਟੀਚਰਾਂ ਕਹਿੰਦੀਆਂ ਬੱਚੇ ਨੂੰ ਜੇ ਡਰਾ ਕੇ ਨਾ ਰੱਖੀਏ ਬੱਚਾ ਰੋਲਾ ਪਾਉਣਗੇ। ਪਤੀ ਕਹਿੰਦਾ ਪਤਨੀ ਨੂੰ ਜਾਂ ਬੱਚਿਆਂ ਨੂੰ ਡਰਾ ਕੇ ਨਾ ਰੱਖੀਏ ਸਾਰਾ ਘਰ ਉਜੜ ਜਾਏਗਾ। ਪਤਨੀ ਕਹਿੰਦੀ ਹੈ ਮੈਂ ਬੱਚਿਆਂ ਨੂੰ ਨਾ ਡਰਾਵਾਂ ਔਰ ਸੱਸ ਨੂੰ ਨਾ ਡਰਾਵਾਂ, ਇਹ ਸਾਰੇ ਮੇਰੇ ਸਿਰ 'ਤੇ ਚੜ੍ਹ ਜਾਣਗੇ। ਬੱਚੇ ਕਹਿੰਦੇ ਨੇ ਅਸੀਂ ਮਾਂ ਪਿਓ ਨੂੰ ਡਰਾ ਕੇ ਰੱਖਦੇ ਹਾਂ ਕਿਉਂਕਿ ਬਚਪਨ ਵਿੱਚ ਅਸੀਂ ਇਹਨਾਂ ਦੀ ਮੁਥਾਜੀ ਸਹਿੰਦੇ ਰਹੇ। ਇਹਨਾਂ ਦੇ ਕਾਰਨ ਮੈਨੂੰ ਰੋਟੀ ਔਰ ਸਕੂਲ ਦਾ ਕੰਮ ਹੁੰਦਾ ਸੀ, ਮੇਰੀ ਫੀਸ ਦੇਣੀ ਹੁੰਦੀ ਸੀ, ਮੈਂ ਇਹਨਾਂ ਦਾ ਮੁਥਾਜ ਸੀ। ਵੱਡੇ ਹੋ ਕੇ ਬੱਚੇ ਵੀ ਮਾਂ ਪਿਓ ਨੂੰ ਡਰਾਉਣ ਲੱਗ ਪੈਂਦੇ ਨੇ। ਅਸੀਂ ਜਦੋਂ ਇੱਕ ਦੂਜੇ ਨੂੰ ਡਰਾਉਂਦੇ ਹਾਂ, ਇਹ ਅਸੰਖ ਗੱਲ ਵੱਡ ਹੱਤਿਆ ਕਮਾਏ ਵਾਲੇ ਮੇਰੇ ਖਿਆਲ ਹਨ। ਸਾਧ ਸੰਗਤ ਜੀ, ਅਸੰਖ ਦਾ ਮੈਨਾ ਪਹਿਲਾਂ ਮੈਂ ਇੰਝ ਸਮਝਦਾ ਸੀ, ਹੋ ਸਕਦਾ ਮੈਂ ਹੁਣ ਵੀ ਗਲਤ ਸਮਝਦਾ ਹੋਵਾਂ, ਲੇਕਿਨ ਪਹਿਲਾਂ ਮੈਂ ਸਮਝਦਾ ਸੀ ਇਹ ਅਸੰਖ ਦਾ ਮਤਲਬ ਹੈ ਕਈ ਅਸੰਖ ਲੋਕੀ ਦੁਨੀਆ ਵਿੱਚ ਗੱਲ ਵੱਢ ਕੇ ਹੱਤਿਆ ਕਮਾਉਂਦੇ ਹਨ। ਅਸੰਖ ਮੀਨਸ ਕੋਈ ਹੋਰ ਇੰਜ ਕਰਦੇ ਹਨ। ਸਾਧ ਸੰਗਤ ਜੀ, ਇਹ ਉਸ ਮਨ ਦੀ ਅਵਸਥਾ ਚੱਲ ਰਹੀ ਹੈ ਜਿਹੜਾ ਮਨ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ। ਅਸੰਖ ਗੱਲ ਵੱਡ ਹੱਤਿਆ ਕਮਾਏ। ਮਾਨੋ ਸੁਰਤ ਮਤ ਮਨ ਬੁੱਧ ਦਾ ਤੇਰਾ ਗਲਾ ਕੱਟਿਆ ਗਿਆ ਜਦੋਂ ਤੂੰ ਕੂੜ ਦਾ ਜੀਵਨ ਜੀਂਦਾ ਹੈ। ਮੂਰਖਤਾ ਵਾਲਾ ਨੀਚ ਕਰਮ ਦੀ ਲਿਸਟ ਦੇ ਅੰਦਰ ਜੇ ਤੂੰ ਰਹਿਣਾ ਹੈ, ਜੇ ਤੇਰਾ ਇਹ ਸੁਭਾਅ ਹੈ, ਤੂੰ ਆਪਣਾ ਸੁਭਾਅ ਕੁਰੱਖਿਅਤ ਬਾਂਸ ਵਾਲਾ ਨਾ ਬਣਾ, ਤੂੰ ਆਪਣਾ ਸੁਭਾਅ ਕੋਮਲ ਬਣਾ, ਤੂੰ ਆਪਣਾ ਸੁਭਾਅ ਵਾਮਥ ਵਾਲਾ ਬਣਾ। ਇਸ ਕਰਕੇ ਅਸੀਂ ਇੱਕ ਸੈਂਟੈਂਸ ਇਹ ਵੀ ਸਾਂਝ ਕੀਤੀ ਸੀ, ਦਿਸ ਬਰਨਿੰਗ ਵਰਲਡ ਨੀਡਸ ਮੋਰ ਵਾਰਮ ਹਾਰਟਸ ਦੈਨ ਹੌਟ ਹੈਡਸ। ਇਹ ਜਿਹੜਾ ਗਰਮ ਸਿਰ ਲੈ ਕੇ ਅਸੀਂ ਫਿਰਦੇ ਰਹਿੰਦੇ ਹਾਂ ਨਾ, ਰੋਡ ਰੇਜ ਕਰਦੇ ਹਾਂ ਔਰ ਥਾਂ ਥਾਂ 'ਤੇ ਆਪਣਾ ਕ੍ਰੋਧ ਦਿਖਾਉਂਦੇ ਹਾਂ, ਇਹ ਅਸੰਖ ਗੱਲ ਵੱਡ ਹੱਤਿਆ ਕਮਾਏ ਵਾਲੇ ਹੀ ਹੈ। ਔਰ ਕਈ ਲੋਕੀ ਮੈਨੂੰ ਇਹ ਵੀ ਪੁੱਛਦੇ ਨੇ, ਵੀਰ ਜੀ ਜਿਹੜੇ ਬੰਦੇ ਧਾਰਮਿਕ ਹੋ ਜਾਂਦੇ ਨੇ ਉਹਨਾਂ ਨੂੰ ਗੁੱਸਾ ਕਿਉਂ ਚੜ੍ਹਦਾ ਹੈ, ਜਦ ਕਿ ਧਾਰਮਿਕ ਬੰਦੇ ਨੂੰ ਹੋਰ ਸੌਫਟ ਹੋ ਜਾਣਾ ਚਾਹੀਦਾ ਹੈ।
ਸਾਨੂੰ ਜੈਂਡਰ ਡਿਸਕ੍ਰਿਮੀਨੇਸ਼ਨ ਕਰਕੇ ਵੀ ਕ੍ਰੋਧ ਆਉਂਦਾ ਹੈ ਔਰ ਸਾਨੂੰ ਧਾਰਮਿਕ ਬਣ ਕੇ ਵੀ ਕ੍ਰੋਧ ਆਉਂਦਾ ਹੈ। ਮੇਰੀ ਦੁਕਾਨ, ਮੇਰੀ ਬਿਜ਼ਨਸ, ਮੇਰੀ ਜੋਬ 'ਤੇ ਵੀ ਮੇਰੇ ਥੱਲੇ ਵਾਲੇ ਕਹਿਣਾ ਨਾ ਮੰਨਣ ਤਾਂ ਵੀ ਮੈਨੂੰ ਕ੍ਰੋਧ ਆਉਂਦਾ। ਇਸ ਕਰਕੇ ਮੈਂ ਪਲ ਪਲ ਥਾਂ ਥਾਂ ਸਭ ਜਗ੍ਹਾ ਅਸੰਖ ਗਲ ਹੱਡਤਿਆਂ ਵਾਲੇ ਕੰਮ ਕਰਦਾ ਹਾਂ, ਸੱਚੇ ਖਿਆਲਾਂ ਦਾ ਗਲਾ ਘੋਟ ਦਿੰਦਾ ਹਾਂ। ਜਦੋਂ ਸੱਚੇ ਖਿਆਲਾਂ ਦਾ ਗਲਾ ਘੋਟਦੇ ਹੋ ਨਾ ਤਾਂ ਸਾਡਾ ਜੀਵਨ ਪਾਪੀ ਵਾਲਾ ਬਣ ਜਾਂਦਾ ਹੈ ਔਰ ਅਸੀਂ ਮਨੁੱਖਾਂ ਦੀ ਰੱਤ ਪੀਣੀ ਸ਼ੁਰੂ ਕਰ ਦਿੰਦੇ ਹਾਂ। ਸੰਤੋਖੀ ਭੋਜਨ ਮੈਂ ਖਾਂਦਾ ਨਹੀਂ, ਹਰਾਮਖੋਰੀ ਵਾਲਾ, ਗਲ ਵਡਹੱਤਿਆ ਕਮਾਏ ਵਾਲਾ, ਪਰਾਇਆ ਹੱਕ ਖਾਣ ਵਾਲਾ। ਕਿਸੇ ਮਨੁੱਖ ਦਾ ਖੂਨ ਉਹਦਾ ਆਪਣਾ ਹੈ, ਪਰ ਜੇ ਮੈਂ ਚੂਸ ਜਾਵਾਂ ਉਹਦਾ ਖੂਨ ਜੇ ਮੈਂ ਸੁਕਾ ਦਿਆਂ ਤਾਂ ਮੈਂ ਪਰਾਇਆ ਹੱਕ ਖਾ ਗਿਆ। ਉਹਨੂੰ ਗੁਰੂ ਸਾਹਿਬ ਸਾਨੂੰ ਰੋਜ਼ ਸਮਝਾਉਂਦੇ ਨੇ, ਜੇ ਰੱਤ ਲੱਗੇ ਕੱਪੜੇ, ਜੇ ਰੱਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜਾਮਾ ਹੋਏ ਪਲੀਤ। ਜੋ ਰਤ ਪੀਵੇ ਮਾਨਸਾ, ਜੋ ਰਤ ਪੀਵੇ ਮਾਨਸਾ, ਤਿਨ ਕਿਉ ਨਿਰਮਲ ਚੀਤ, ਤਿਨ ਕਿਉ ਨਿਰਮਲ ਚੀਤ, ਤਿਨ ਕਿਉ ਨਿਰਮਲ ਚੀਤ। ਜੀ ਰਤ ਲੱਗੇ ਕੱਪੜੇ, ਜੀ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜਾਮਾ ਹੋਏ ਪਲੀਤ। ਨਾਨਕ ਨਾਉ ਖੁਦਾਏ ਕਾ, ਨਾਨਕ ਨਾਉ ਖੁਦਾਏ ਕਾ, ਦਿਲ ਹੱਛੇ ਮੁਖ ਲਿਓ, ਦਿਲ ਹੱਛੇ ਮੁਖ ਲਿਓ, ਅਵਰ ਦਿਵਾਜੇ ਦੁਨੀ ਕੇ, अवर दिवाजे दुनी के, झूठे अमल करे, झूठे अमल करे, नानक नाम खुदाए का, दिल हच्छे मुख ले, दिल हच्छे मुख ले, अवर दिवाजे दुनी के, झूठे अमल करे, झूठे अमल करे, झूठे
ਅਮਲ ਕਰੇ। ਜੇ ਰਤ ਲੱਗੈ ਕਪੜੈ, ਜੇ ਰਤ ਲੱਗੈ ਕਪੜੈ, ਜਾਮਾ ਹੋਏ ਪਲੀਤ, ਜਾਮਾ ਹੋਏ ਪਲੀਤ, ਜਾਮਾ ਹੋਏ ਪਲੀਤ। ਜੇ ਕੱਪੜੇ ਨੂੰ ਬਲੱਡ ਲੱਗ ਜਾਏ, ਰਤ, ਤਾਂ ਉਹ ਅਪਵਿੱਤਰ ਹੋ ਜਾਂਦਾ, ਜਾਮਾ ਹੋਏ ਪਲੀਤ। ਜੇ ਰਤ ਪੀਵੈ ਮਾਨਸਾਂ, ਜੇ ਮਨੁੱਖਾਂ ਦਾ ਤੂੰ ਖੂਨ ਪੀਵੈ, ਸਾਧ ਸੰਗਤ ਜੀ ਮਨੁੱਖਾਂ ਦਾ ਦੇਖਣ ਵਿੱਚ ਤੇ ਲਿਟਰਲੀ ਕੋਈ ਵੀ ਕਿਸੇ ਦਾ ਖੂਨ ਨਹੀਂ ਪੀਂਦਾ। ਜਦੋਂ ਮੈਂ ਕਿਸੇ ਵੱਲ ਕ੍ਰੋਧ ਨਾਲ ਅੱਖਾਂ ਕੱਢਦਾ ਹਾਂ, ਜਦੋਂ ਕਿਸੇ ਨੂੰ ਅਵਗੁਣਿਆਰਾ ਕਰਾਰ ਕਰਾ ਕੇ ਉਸ ਨੂੰ ਨੱਕ ਤੋਂ ਲੀਕਾਂ ਕਢਾਉਂਦਾ ਹਾਂ, ਜਦੋਂ ਕਿਸੇ ਨੂੰ ਮੈਂ ਡੋਮੀਨੇਟ ਕਰਕੇ ਡਰਾ ਕੇ ਸਹਿਮ ਵਿੱਚ ਰੱਖਦਾ ਹਾਂ, ਤਾਂ ਮੈਂ ਦੂਜੇ ਦਾ ਖੂਨ ਪੀ ਗਿਆ। ਜੇ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ, ਐ ਤੇ ਮੈਂ ਪਰਾਇਆ ਹੱਕ ਖਾਂਦਾ, ਮੇਰਾ ਨਿਰਮਲ ਚਿੱਤ ਕਿਵੇਂ ਹੋ ਸਕਦਾ? ਮੈਂ ਤੇ ਬਾਹਰੋਂ ਗਲਤ ਫਹਿਮੀ 'ਚ ਕਹੀ ਜਾ ਰਿਹਾ ਕਿ ਮੈਂ ਵੈਜੀਟੇਰੀਅਨ ਹਾਂ ਕਿ ਨੋਨ ਵੈਜੀਟੇਰੀਅਨ ਹਾਂ, ਮੈਂ ਇਹ ਚੀਜ਼ ਖਾਂਦਾ ਜਾਂ ਇਹ ਨਹੀਂ ਖਾਂਦਾ। ਪਰ ਮੈਨੂੰ ਇਹ ਤਾਂ ਧਿਆਨ ਆਉਂਦਾ ਹੀ ਨਹੀਂ ਕਿ ਮੈਂ ਕਿਤਨੇ ਲੋਕਾਂ ਦਾ ਖੂਨ ਰੋਜ਼ ਚੂਸਦਾ ਹਾਂ, ਪਰਾਇਆ ਹੱਕ ਖਾਂਦਾ ਹਾਂ। ਅਸੰਖ ਪਾਪੀ ਪਾਪ ਕਰ ਜਾਏ ਵਾਲਾ ਮੇਰਾ ਜੀਵਨ ਬਣ ਚੁੱਕਾ ਹੈ, ਕਿਉਂਕਿ ਮੈਂ ਸੰਤੋਖੀ ਭੋਜਨ ਨਹੀਂ ਖਾਂਦਾ ਹਾਂ, ਮੈਂ ਪਰਾਇਆ ਹੱਕ ਦਾ ਖੂਨ ਚੂਸ ਚੂਸ ਕੇ ਖਾਂਦਾ ਹਾਂ। असंख पापी पाप कर जाए, असंख कूड़ियार कूड़े फिराए, मेरा कूड़ा जीवन बन जाता है। कूड़ा जीवन दा पड़दा ही ते विचों हटाना सी। मेरा कूड़ा जीवन कदों बनया? जदों मैं सच नूं तिलांजलि दित्ती। इस नूं भी असीं बार बार गाउंदे हां, सानूं दृढ़ हुंदा है। शम तरम शम तरम दोए छप खलोए, शम तरम दोए छप खलोए, कूड़ फिरै परधान लालो, कूड़ फिरै परधान लालो। श्रम तरम पाप की जंग ले काबल उठाया, पाप की जंग ले काबल उठाया, जोरी मंगे दान विलालो, जोर मंगे दान विलालो। शम तरम दोए छप खलोए, कूड़ फिरै परधान लालो। जम विकारां ने मेरे ते अटैक किया। क्यों? क्योंकि मेरे को सच दा सतगुर दी मत दा आर्मर कवच नहीं सी, और मेरे कोलों सारे चंगे चंगे गुणों का खजाना उन्होंने खोलिया। सिट्टे वजों मेरा जीवन कुड़ियार बन गया। असंख मनु मंदे ख्याल कुड़ियारा वाले आंदे ने, असंख कुड़ियार कूड़े फिराए। मेरे अंदर ये सारे मंदे ख्यालों ने मेरे जीवन की ये भटकना बना दी कि मंदे ख्यालों में मैं उलझिया रहता हाँ। कूड़े दुनियावी ख्यालों के सुभाव ये मैनू मेरी सृष्टि ऐसी बना देंदे ने। दो ही मिल के सृष्ट उपाई, पाप पुण्य दोनों मेरे अंदर, और दोनों चो मैं पापी वाली असंख पापी पाप कर जाने वाली जीवनी वाला सुभाव और कूड़ अवस्था विच भटकन वाला भरम मेरे मन दा वाला सुभाव मैं जीण लग पिया। इस तो अगली पंक्ति आंदी असंख मलेच्छ मल पख खाए। पहला मलेच्छ लफज के बदले असी अपने आप नूं क्लीयर कर लईए। जदों असी
ਦੁਨਿਆਵੀ ਲਫ਼ਜ਼ਾਂ 'ਚੋਂ ਮਲੇਛ ਲਫ਼ਜ਼ ਨੂੰ ਸਮਝਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਤਨ ਜ਼ਮਾਨੇ ਅੰਦਰ ਜੋ ਕੋਈ ਬਾਹਰੋਂ ਜ਼ੁਲਮ ਕਰਨ ਆਉਂਦੇ ਸਨ ਉਹਨਾਂ ਨੂੰ ਮਲੇਛ ਕਿਹਾ ਜਾਂਦਾ ਸੀ। ਮਲੇਛ ਦਾ ਮਤਲਬ ਹੁੰਦਾ ਜਿਹੜਾ ਆ ਕੇ ਵਿਦੇਸ਼ੀ ਹੋਵੇ ਔਰ ਆ ਕੇ ਜ਼ੁਲਮ ਕਰੇ। ਮੇਰੇ ਉੱਤੇ ਜ਼ੁਲਮ ਕਰਦਾ ਪਾਪ ਕੀ ਜੰਜ ਲੈ ਕੇ ਜੰਮ। ਜਦੋਂ ਵਿਦੇਸ਼ੀ ਖਿਆਲ ਮੈਨੂੰ ਬਣਾ ਦਿੰਦਾ ਤੇ ਮੈਂ ਵਿਦੇਸ਼ੀ ਹੋ ਜਾਂਦਾ, ਕਿਉਂਕਿ ਮੈਨੂੰ ਵਿਦੇਸ਼ ਚੁੱਕ ਕੇ ਲੈ ਜਾਂਦਾ ਉਹ। ਮੈਂ ਸਤਿਗੁਰ ਦੇ ਦੇਸ਼ 'ਚ ਤੇ ਰਿਹਾ ਹੀ ਨਹੀਂ, ਨੀਕੋ ਠਾਕੁਰ ਦੇਸ਼ਾਂ ਦਾ ਤੇ ਮੈਂਬਰ ਹੀ ਨਹੀਂ ਰਿਹਾ, ਮੈਨੂੰ ਚੁੱਕ ਕੇ ਮੰਦੇ ਖਿਆਲਾਂ ਵਾਲੇ ਦੇਸ਼ 'ਚ ਲੈ ਗਿਆ। ਵਿਦੇਸ਼ੀ ਜਦੋਂ ਅਸੀਂ ਹੋ ਜਾਂਦੇ ਹਾਂ ਤਾਂ ਅਸੀਂ ਕੁਕਰਮੀ ਹੋ ਜਾਂਦੇ ਹਾਂ, ਪਾਪੀ ਹੋ ਜਾਂਦੇ ਹਾਂ, ਲਾਲਚੀ ਹੋ ਜਾਂਦੇ ਹਾਂ। ਉਸ ਦੀ ਬੋਲੀ ਨਹੀਂ ਸਮਝਾਦੇ, ਉਹਨੂੰ ਕਹਿੰਦੇ ਨੇ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਅਪਾਖਿਆ ਹੁੰਦਾ, ਭਾਖਿਆ ਹੁੰਦਾ ਪਿਆਰ ਦੀ ਬੋਲੀ ਜਿਹੜੀ ਸਮਝ ਆਵੇ, ਅਪਾਖਿਆ ਜਿਹਦੀ ਬੋਲੀ ਸਮਝ ਨਾ ਆਏ ਤਾਂ ਮੈਂ ਪਰਾਇਆ ਹੱਕ ਖਾਵਾਂਗਾ। ਅਪਾਖਿਆ ਕਾ ਕੁੱਠਾ ਬੱਕਰਾ ਕਿਸੇ ਨੇ ਮੇਰਾ ਚੌਕਾ ਪਿਟਿਆ ਗਿਆ ਹੈ, ਮੇਰੇ ਅੰਤਰ ਆਤਮੀ ਦਾ ਚੌਕਾ ਪਿਟਿਆ ਗਿਆ। ਇੱਥੇ ਮੈਂ ਸਤਿਗੁਰ ਜੀ ਦੀ ਮੱਤ ਲੈ ਕੇ ਚੰਗਾ ਭੋਜਨ ਪਰੋਸ ਕੇ ਘਰ ਪਾਹਨ ਆਏ ਵਾਸਤੇ ਮੈਂ ਭੋਜਨ ਤਿਆਰ ਨਹੀਂ ਕਰ ਸਕਦਾ ਕਿ ਰੱਬ ਜੀ ਆ ਕੇ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਓ ਭੋਗਰੀ ਰਾਏ ਕਰਾਂ। ਮੇਰੇ ਘਰ ਹਿਰਦੇ ਵਿੱਚ ਰੱਬ ਜੀ ਆਣਗੇ ਹੀ ਨਹੀਂ, ਮੌਜੂਦ ਹਨ ਪਰ ਮੈਂ ਉਹਨਾਂ ਨੂੰ ਬੈਠਣ ਦੀ ਥਾਂ ਨਹੀਂ ਦਿੰਦਾ, ਕਿਉਂਕਿ ਮੈਂ ਉਹਨਾਂ ਵਾਸਤੇ ਭੋਜਨ ਪਰੋਸਦਾ ਹੀ ਨਹੀਂ ਹਾਂ। ਮੇਰੇ ਅੰਦਰ ਖੇੜਾ ਨਹੀਂ ਆਉਂਦਾ। ਜਦੋਂ ਅੰਦਰ ਖੇੜਾ ਨਹੀਂ ਆਉਂਦਾ, ਮਾਨੋ ਮੇਰੇ ਅੰਦਰ ਦਾ ਰੱਬ ਜੀ ਮੈਂ ਖੁਸ਼ ਹੀ ਨਹੀਂ ਕੀਤਾ। ਨਾਮੇ ਦੇਖ ਨਾਰਾਇਣ ਹੱਸੈ ਵਾਸਤੇ ਮੈਨੂੰ ਸੰਤੋਖ ਦਾ ਭੋਜਨ ਖਾਣਾ ਪਏਗਾ। ਉਹਦੇ ਵਾਸਤੇ ਤੁਹਾਨੂੰ ਸਾਡੀ ਪੁਸਤਕ ਵੀ ਮਿਲੇਗੀ ਔਰ ਟੇਪ ਵੀ ਮਿਲੇਗੀ ਕਿ ਸੰਤੋਖ ਸੈਮੀਨਾਰੀ ਦੂਧ ਪੀਓ ਗੋਬਿੰਦੇ ਰਾਏ ਵਾਲੇ ਸ਼ਬਦ ਨੂੰ ਅਸੀਂ ਵਿਚਾਰਿਆ। ਉਸ ਪੁਸਤਕ ਦਾ ਨਾਮ ਹੀ ਸੰਤੋਖ ਹੀ ਰੱਖਿਆ ਗਿਆ। ਅਤੇ ਕੂੜ ਜਿਹੜੀ ਮੇਰੀ ਪ੍ਰਧਾਨ ਹੋ ਜਾਂਦੀ ਹੈ ਤਾਂ ਮੈਂ ਮਲੇਛ ਵਾਲੀ ਮਲ ਖਾਂਦਾ ਰਹਿੰਦਾ ਹਾਂ। ਉਹਨੂੰ ਫਿਰ ਅਸੀਂ ਗਾਉਂਦੇ ਹਾਂ, ਮੁਖ ਨਿੰਦਾ ਆਖਾਂ ਦਿਨ ਰਾਤ, ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਸਨਾਤ, ਪਰ ਕਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਕਾਮ ਕ੍ਰੋਧ ਤਨ ਵਸੈ ਚੰਡਾਲ, ਤਾੜਕ ਰੂਪ ਰਹਾ ਕਰਤਾਰ, ਤਾੜਕ ਰੂਪ ਰਹਾ ਕਰਤਾਰ। ਮੈਂ ਹੁਣ ਮਲ ਖਾਂਦਾ ਨਾ, ਪਰ ਨਿੰਦਾ ਪਰ ਮਲ ਮੁਖ ਸ਼ੁੱਧੀ। ਮੈਂ ਸੱਚ ਨੂੰ ਜਦੋਂ ਇਗਨੋਰ ਕਰਦਾ, ਇੱਕ ਤਾਂ ਇਹਨੂੰ ਨਿੰਦਾ ਕਹਿੰਦੇ ਨੇ, ਅਤੇ ਦੂਜਿਆਂ ਬਾਰੇ ਹਮੇਸ਼ਾ ਇਹ ਗੱਲ ਕਰਦਾ ਕਿ ਦੂਜੇ ਸਾਰੇ ਮੇਰੇ ਤੋਂ ਘਟੀਆ ਹਨ। ਇਸ ਕਰਕੇ ਦੂਜਿਆਂ ਨੂੰ ਮੈਂ ਨੀਵਾਂ ਪਾਉਂਦਾ ਹਾਂ, ਦੂਜਿਆਂ ਦੀ ਐਬਸੈਂਸ ਵਿੱਚ ਮੈਂ ਉਹਨਾਂ ਦੀ ਪਿੱਠ ਪਿੱਛੇ ਛੁਰਾ ਭੌਂਕਦਾ ਹਾਂ। ਉਹਨੂੰ ਕਹਿੰਦੇ ਨੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸ਼ੁੱਧੀ, ਅਗਨ ਕ੍ਰੋਧ ਚੰਡਾਲ। ਸਾਧ ਸੰਗਤ ਜੀ, ਕ੍ਰੋਧ ਕਰਨਾ ਸਿਰਫ ਅੱਖਾਂ ਕੱਢ ਕੇ ਉੱਚੇ ਬੋਲ ਬੋਲਣ ਨੂੰ ਹੀ ਨਹੀਂ ਕਹਿੰਦੇ ਨੇ। ਜਦੋਂ ਮੈਂ ਕਿਸੇ ਦੀ ਨਿੰਦਾ ਕਰਦਾ ਹਾਂ, ਮਾਨੋ ਮੇਰੇ ਅੰਦਰ ਕ੍ਰੋਧ ਚੰਡਾਲ ਮੈਨੂੰ ਤੰਗ ਕਰ ਰਿਹਾ ਹੈ, ਕਿਉਂਕਿ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਧਰਮੀ ਹਾਂ, ਬਾਕੀ ਸਭ ਮੇਰੇ ਤੋਂ ਘਟੀਆ ਹਨ, ਬਾਕੀ ਅਧਰਮੀ ਹਨ। ਮੈਂ ਮਲ ਪੱਖ ਖਾਏ ਕਰਦਾ ਹਾਂ, ਮੁੱਖ ਨਿੰਦਾ ਦਿਨ ਰਾਤ ਕਰਦਾ, ਪਰ ਕਰ ਜੋਹੀ ਨੀਚ ਸਨਾਤ, ਨੀਚ ਕਰਮ ਮੈਂ ਕਰਦਾ ਹਾਂ। ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਮੇਰਾ ਇਹ ਧਾਨਕ ਰੂਪ ਬਣ ਜਾਂਦਾ ਹੈ। ਇਸ ਨੂੰ ਅਸੰਖ ਮਲੇਛ ਮਲ ਪੱਖ ਖਾਏ ਦੇ ਨਾਲ ਲਗਾ ਕੇ ਜਦੋਂ ਅਸੀਂ ਸਮਝਦੇ ਹਾਂ ਤਾਂ ਪਤਾ ਲੱਗਦਾ ਕਿ ਮੈਂ ਵਿਦੇਸ਼ੀ ਹੋ ਗਿਆ। ਹੁਣ ਮੇਰੇ ਮਨ ਦੀ ਬੋਲੀ ਮੇਰੇ ਅੰਗਾਂ ਨੂੰ ਸਮਝ ਨਹੀਂ ਆ ਰਹੀ, ਇਸ ਕਰਕੇ ਮੇਰੇ ਅੰਗ ਨਿਜ ਕਰਦੀ ਸਤਿਗੁਰ ਦੀ ਮੱਤ ਨੂੰ ਤੇ ਨਹੀਂ ਲੈਂਦੇ ਨੇ, ਪਰ ਮੰਦੇ ਖਿਆਲਾਂ ਵਾਲੀ ਜੀਵਨੀ ਵੱਲ ਟੁਰ ਪੈਂਦੇ ਨੇ, ਕਿਉਂਕਿ ਉਹਨਾਂ ਨੂੰ ਤਾਂ ਸਮਝ ਨਹੀਂ ਹੈ। ਸੁਰਤ ਮਤ ਬੁੱਧ ਨੂੰ ਸਮਝ ਨਹੀਂ ਹੈ, ਅੱਖ ਨੱਕ ਕੰਨ ਨੂੰ ਸਮਝ ਨਹੀਂ ਹੈ। ਇਹਨਾਂ ਸਾਰਿਆਂ ਨੂੰ ਜਿਹੜਾ ਮਨ ਅਪਾਖਿਆ ਦੀ ਬੋਲੀ ਬੋਲਦਾ ਹੈ ਉਹ ਪੁੱਠੇ ਪਾਸੇ ਟੋਰ ਕੇ ਰੱਖਦਾ ਹੈ, ਲੇਕਿਨ ਸੱਚ ਸਮਝ ਨਹੀਂ ਆਉਂਦਾ। ਇਹ ਦੇਸ਼ ਉਜੜ ਜਾਂਦਾ ਹੈ। ਦੇਹੀ ਗਾਵਾਂ
ਜਿਉ ਧਰ ਮਹਿਤੋ ਬਸੈ ਪੰਜ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ। ਬਾਬਾ ਅਬ ਨਾ ਵਸੋਏ ਗਾਉਂ, ਇਹ ਤੇਰਾ ਸੁਖੀ ਨਹੀਂ ਰਹਿ ਸਕਦਾ ਸਰੀਰ। ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਔਰ ਇਹ ਤੂੰ ਅਪਸੈਟ ਅਵਸਥਾ ਵਿੱਚ ਰਹਿਣ ਦਾ ਆਦੀ ਹੋ ਗਿਆ, ਧਾਨਕ ਰੂਪ ਹੋ ਗਿਆ। ਜਿਹੜਾ ਮਨ ਵਿਰਲਾ ਬਣਨਾ ਚਾਹੁੰਦਾ ਹੈ ਉਸਨੂੰ ਆਪਣੀ ਕੁਕਰਮੀ, ਆਪਣੀ ਵਿਦੇਸ਼ੀ ਅਪਾਖਿਆ ਦੀ ਮੱਤ, ਆਪਣੀ ਇਸ ਮਲੀਨ ਬੁੱਧੀ ਦੇ ਖਿਆਲਾਂ ਦੀ ਇਹ ਜਿਹੜੀ ਭੱਖ ਖਾਣ ਵਾਲੀ ਆਦਤ ਹੈ ਨਾ, ਇਸ ਦੇ ਬਾਰੇ ਉਸਨੂੰ ਸਮਝ ਆਉਂਦੀ ਜਾਂਦੀ ਹੈ। ਇਸ ਲਿਸਟ ਦੇ ਮੁਤਾਬਕ ਅਸੰਖ ਮਲੇਛਮਲ ਭਾਖਾਂ, ਅਸੰਖ ਨਿੰਦਕ ਸਿਰ ਕਰੈ ਭਾਰ। ਸਾਧ ਸੰਗਤ ਜੀ, ਆਪਣੇ ਸਿਰ ਤੇ ਭਾਰ ਚੁੱਕਣਾ ਕੀ ਹੈ? ਅਵਗੁਣਾ ਕੀ ਗੰਠੜੀ ਬੰਨਣਾ। ਤੇ ਇਹ ਅਵਗੁਣ ਹੀ ਹੈ ਨਿੰਦਾ ਕਰਨਾ, ਪਰਾਇਆ ਹੱਕ ਖਾਣਾ, ਦੂਸਰੇ ਦਾ ਗਲ ਵੱਢ ਕੇ ਖਾਣਾ, ਦੂਸਰੇ ਦਾ ਖੂਨ ਚੂਸਣਾ। ਸਾਧ ਸੰਗਤ ਜੀ, ਇਹ ਹੀ ਨੀਚ ਕਰਮ ਹਨ। ਅਸੰਖ ਨਿੰਦਕ ਸਿਰ ਕਰੈ ਭਾਰ। ਅਸੀਂ ਆਪਣੇ ਮਨ ਦੇ ਇਸ ਲੇਖੇ ਨੂੰ ਲਿਖ ਲਿਆ ਤੇ ਇਸ ਲੇਖੇ ਅਨੁਸਾਰ ਨੀਚ ਕਰਮ ਬਣ ਗਏ। ਹੁਣ ਅਸੀਂ ਇਸ ਲਿਸਟ ਨੂੰ ਵਿਚਾਰਿਆ, ਜਿਸ ਲਿਸਟ ਨੂੰ ਅਸੀਂ ਵਿਚਾਰਿਆ, ਇਸ ਸਾਰੀ ਲਿਸਟ ਨੂੰ ਨਾਨਕ ਪਾਤਸ਼ਾਹ ਨੀਚ ਕਰਮ ਦੀ ਲਿਸਟ ਕਹਿੰਦੇ ਨੇ। ਨੀਚ ਤੋਂ ਉੱਤਮ ਬਣਨਾ ਹੈ। ਇਸੇ ਕਰਕੇ ਉਹ ਬਾਣੀ 'ਚ ਸਾਨੂੰ ਕਹਿੰਦੇ ਨੇ, ਬਾਬਾ ਬੋਲੀਏ ਪਤ ਹੋਏ, ਬਾਬਾ ਬੋਲੀਏ ਪਤ ਹੋਏ। उत्तम से दर उत्तम कहिए नीच करम बैरोए। उत्तम से दर उत्तम कहिए नीच करम बैरोए। जे नीच करम रहणगे तेरे, जे तू इस तरह अपना एनालिसिस नहीं करेगा ਤਾਂ ਤੂੰ ਰੋਏਂਗਾ। ਇਸੇ ਜੀਵਨ ਵਿੱਚ ਤੇਰਾ ਕੁਰਬਲ ਕੁਰਬਲ ਵਾਲਾ ਜੀਵਨ ਬਣਿਆ ਰਹੇਗਾ। ਕਰਾਂਚ ਦੀ ਧੁਨੀ ਤੇ ਜੀਂਦਾ ਰਹੇਗਾ। ਉੱਤਮ ਸੇ ਦਰ ਉੱਤਮ ਕਹੀਏ, ਜੇ ਤੂੰ ਉੱਤਮ ਬਣਨਾ ਚਾਹੁੰਦਾ ਹੈ ਤਾਂ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਤੂੰ ਪ੍ਰਾਪਤ ਕਰ ਸਕਦਾ ਹੈ। ਸਾਰੀ ਬਾਣੀ ਦੇ ਅੰਦਰ ਜਿੱਥੇ ਜਿੱਥੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਸਾਡੀ ਨੀਚ ਕਰਮਾਂ ਤੇ ਟਕੋਰ ਮਾਰਦੇ ਨੇ ਤਾਂ ਉੱਥੇ ਤੱਕ ਛੋੜ ਹੀ ਨਹੀਂ ਦਿੰਦੇ ਨੇ। देखो साडा सुभाव, असी कभी भी जो गल करांगे हमारे देश में ऐसे है, यहाँ पर ऐसे है, यहाँ पर ऐसे है, देखो लोग ऐसे करते हैं, टीचर ऐसे करते हैं, सड़क के ख़राब हैं, टीचर ख़राब हैं, देखो जी मिनिस्टर ख़राब है, देखो जी पुलिस ख़राब है। बा असी प्रॉब्लम की गल ही करते हैं, पर अपने पासों उहदे सोल्यूशन वास्ते अपना जीवन कोई नहीं सुधारते हैं। गुरु पातशाह जो प्रॉब्लम की गल करते हैं उहदे नाल किरपा की बख्शिश नाल करते हैं कि देख तू उत्तम बन सकता है। नीच करम की लिस्ट दिती, हुण इहनूं उत्तम बनाउण वास्ते कहते हैं नानक नीच कै विचार वारिया ना जावां एक बार। रब जी मैं तुहाडे तो वारने जाना चाहता हाँ बार बार, ताकि मैं इस नीच करम तो छुट्टां। जो तुद भावै साई भलीकार। तुद भावै दा मतलब रब जी नूं भावै नहीं हुंदा। जो तुद भावै मेरे मन तैनूं जो पाउंदा है। पाउंदा की है? सतगुर दी मत। सतगुर दी मत तैनूं पाउणी चाहीदी है, पसंद आनी चाहिदी है, इहदी कार कमानी चाहिदी है, वरना तेरे नीच कर्म बन जाणगे। ये तेरे वास्ते भली कार है। ओए मेरे मन तू ये लैना है, तू सदा सलामत निरंकार, तेरा हमेशा चंगा सुभाव बन जाएगा। सो ये विचार करनी, अपना विवेचन करना, अपना एनालिसिस करना कि ਚੰਗਾ ਮੈਨੂੰ ਕੀ ਖਿਆਲ ਆਉਂਦਾ ਤੇ ਮੰਦਾ ਮੈਨੂੰ ਕੀ ਖਿਆਲ ਆਉਂਦਾ ਹੈ, ਅਤੇ ਮੰਦੇ ਖਿਆਲਾਂ ਨੂੰ ਛੱਡਣਾ। ਅਵਗੁਣ ਛੋੜ ਗੁਣਾ ਕੋ ਤਾਵੋ। ਇਹ ਜੇ ਮੈਂ ਐਨਾਲਿਸਿਸ ਹੀ ਨਾ ਕਰਾਂ, ਉਹਨੂੰ ਵਿਚਾਰ ਕਰਨਾ ਕਹਿੰਦੇ ਨੇ, ਉਹਨੂੰ ਐਨਾਲਾਈਜ਼ ਕਰਨਾ ਕਹਿੰਦੇ ਨੇ, ਵਿਵੇਚਨ ਕਰਨਾ ਕਹਿੰਦੇ ਨੇ, ਉਹਨੂੰ ਚਿੰਤਾ ਕਰਨਾ ਕਹਿੰਦੇ ਨੇ ਕਿ ਮੈਨੂੰ ਇਹ ਚਿੰਤਾ ਹੋਣੀ ਚਾਹੀਦੀ ਹੈ ਕਿ ਮੈਨੂੰ ਕਿਹੜੇ ਅਵਗੁਣੀ ਸੁਭਾਅ ਪਏ ਹੋਏ ਨੇ। ਇਹਨਾਂ ਦੀ ਜਦੋਂ ਜਾਂਚ ਸਮਝ ਆਉਂਦੀ ਹੈ ਤਾਂ ਉੱਤਮ ਬਣਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਔਰ ਉਸ ਨੂੰ ਕਿਹਾ ਗਿਆ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੇਰੀ ਇਹਦੇ ਵਿੱਚ ਹੀ ਸਲਾਮਤੀ ਹੈ। ਤੂੰ ਨਿਰੰਕਾਰ ਦੇ ਨਾਲ ਇਕਮਿਕ ਹੋ ਸਕਦਾ। ਓਏ ਮੇਰੇ ਮਨ ਕੁੜਿਆਰ ਤੋਂ ਸਚਿਆਰ ਬਣ ਸਕਦਾ। ਸਤਿਗੁਰ ਦੀ ਮੱਤ ਲੈ ਲੈ। ਅੱਜ ਦੀ ਇਸ 18ਵੀਂ ਪੌੜੀ ਵਿੱਚ ਅਸੀਂ ਨੀਚ ਕਰਮਾਂ ਨੂੰ ਸਮਝ ਕੇ ਆਪਣੇ ਚੰਗੇ ਕਰਮਾਂ ਵੱਲ ਧਿਆਨ ਪਾਉਣਾ ਹੈ ਅਤੇ ਉਹਨਾਂ ਦੀ ਆਦਤ ਪਕਾਉਣੀ ਹੈ ਅਤੇ ਨੀਚ ਕਰਮ
ਦੇ ਨਾਲ ਆਪਣੇ ਆਪ ਨੂੰ ਚੈੱਕ ਕਰਕੇ ਨੀਚ ਕਰਮਾਂ ਦੇ ਅਵਗੁਣੀ ਸੁਭਾਅ ਤੋਂ ਛੁੱਟਣਾ ਹੈ।